ਕਹਿ ਬਾਲਾ ਸ਼੍ਰੀ ਅੰਗਦ ਗੁਰ ਜੀ, ਸੁਨੋ ਕਥਾ ਨਾਸਕ ਤ੍ਰੈ ਜੁਰ ਕੀ। ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ, ਬਖਸ਼ੰਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਵਿੱਤਰ ਚਰਨ ਸ਼ਰਨ ਅੰਦਰ ਸੱਜ ਬੈਠੇ ਗੁਰੂ ਸਵਾਰੇ ਗੁਰੂ ਪਿਆਰੇ ਸਤਸੰਗੀ ਜਨੋ, ਆਪਿਆ ਸਾਰੇ ਸਰੀਰ ਭਾਗਸ਼ਾਲੀ ਹਾਂ ਜੋ ਸਤਿਗੁਰਾਂ ਦੇ ਦੁਆਰਾ ਬਖਸ਼ੇ ਮੂਲਕ ਮਨੁੱਖਾ ਜੀਵਨ ਦੇ ਸਵਾਸਾਂ ਨੂੰ ਸਫਲ ਬਣਾਉਂਦੇ ਹੋਏ ਸਤਿਗੁਰਾਂ ਦੇ ਜੀਵਨ ਇਤਿਹਾਸ ਦੀ ਚੱਲ ਰਹੀ ਲੜੀਵਾਰ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਵਿਚਾਰ ਸਰਵਣ ਕਰਨ ਦਾ ਜੋ ਸਮਾਂ ਸਤਿਗੁਰਾਂ ਨੇ ਆਪ ਬਖਸ਼ਿਸ਼ ਕੀਤਾ ਹੈ। ਆਓ ਸੋ ਆਪਾਂ ਪਿਛਲੇ ਪ੍ਰਸੰਗ ਵਿੱਚ ਸਮਝਣਾ ਕੀਤਾ ਕਿ ਸਤਿਗੁਰੂ ਦੇਵ ਜੀ ਦੇ ਤਾਂ ਕਿਵੇਂ ਸਰਪ ਨੇ ਛਾਂ ਕੀਤੀ ਔਰ ਰਾਏ ਬੁਲਾਰ ਨੂੰ ਕਿਵੇਂ ਸਤਿਗੁਰਾਂ ਦੇ ਉੱਪਰ ਦ੍ਰਿੜ ਵਿਸ਼ਵਾਸ ਹੋਇਆ। ਇਹ ਸਾਰਾ ਪ੍ਰਸੰਗ ਵਾਚਦੇ ਹੋਏ ਆਪਾਂ ਪਿਛਲੇ ਪ੍ਰਸੰਗ ਦੀ ਸਮਾਪਤੀ ਕੀਤੀ। ਸੋ ਆਓ ਅਗਲੇ ਪ੍ਰਸੰਗ ਵਿੱਚ ਕਵਿਰਾਜ ਭਾਈ ਸੰਤੋਖ ਸਿੰਘ ਜੀ ਇੱਥੇ ਵਿਦਿਆ ਦੀ ਦੇਵੀ ਸ਼ਾਰਦਾ ਦੇ ਤਾਈਂ ਨਮਸਕਾਰ ਕਰ ਰਹੇ ਹੈ, ਬੰਦਨਾ ਕਰ ਰਹੇ ਹੈ। ਸ਼੍ਰੀ ਚੰਡੀ ਖੰਡਨ ਦੁਖ ਭੰਜ ਦੰਡ ਬਰ ਭੰਡ, ਜਿਹਦੀਆਂ ਮਜ਼ਬੂਤ ਬਾਹਾਂ ਨੇ, ਜਿਹਦਾ ਤੇਜ ਝੱਲਿਆ ਨਹੀਂ ਜਾਂਦਾ, ਅਤੇ ਜਿਹੜੀ ਬੜੇ ਬੜੇ ਦੁਸ਼ਮਣਾਂ ਦੇ ਤਾਈਂ ਨਾਸ ਕਰਨ ਵਾਲੀ ਹੈ। ਜਗ ਮੰਡਲ ਪਦ ਬੰਦਨਾ ਜਾ ਕੋ ਤੇਜ ਪ੍ਰਚੰਡ, ਕਹਿੰਦੇ ਜਿਹਦਾ ਜਗਤ ਦੀ ਮੰਡੀ ਵਿੱਚ ਬਹੁਤ ਜ਼ਿਆਦਾ ਪ੍ਰਤਾਪ ਹੈ, ਜਗਤ ਜੀਵਾਂ ਨੂੰ ਸੋਝੀ ਸਮਝ ਬਖਸ਼ਣ ਵਾਲੀ ਹੈ, ਉਹਦੇ ਚਰਨਾਂ 'ਤੇ ਮੈਂ ਨਮਸਕਾਰ ਕਰਦਾ ਹਾਂ। ਤੋ ਇੱਥੇ ਕਵਿਰਾਜ ਵਿਦਿਆ ਦੀ ਦੇਵੀ ਦਾ ਮੰਗਲ ਕਰਕੇ ਅੱਗੇ ਹੁਣ ਭਾਈ ਬਾਲਾ ਸੰਧੂ ਜੀ ਦੇ ਮੁਖਾਰਬਿੰਦ ਤੋਂ ਜੋ ਵਚਨ ਉਹਨਾਂ ਨੇ ਆਪਣੀ ਕਾਵਕ ਸ਼ੈਲੀ ਦੇ ਅਨੁਸਾਰ ਹੁਣ ਦਰਸਾਉਣਾ ਕੀਤੇ ਹੈ। ਸੋ ਆਓ ਉਹਨਾਂ ਸ਼ਬਦਾਂ ਦੀ ਵਿਚਾਰ ਨੂੰ ਪ੍ਰਾਰੰਭ ਕਰਨ ਤੋਂ ਪਹਿਲਾਂ ਸਾਰੇ ਰਸਨਾ ਕਰੀਏ ਪਵਿੱਤਰ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਹਰੋਂ ਰਿਤ ਪਾਵਸ ਕਹਿ ਬਾਲਾ ਸ਼੍ਰੀ ਅੰਗਦ ਗੁਰ ਜੀ, ਸੁਨੋ ਕਥਾ ਨਾਸਕ ਤ੍ਰੈ ਜੁਰ ਕੀ। ਹਾਂ ਭਾਈ ਬਾਲਾ ਜੀ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ 'ਤੇ ਬੇਨਤੀ ਕਰ ਰਹੇ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਤਿੰਨਾਂ ਦੇ ਜੀਵਨ ਦੀ ਅਜਰ ਅਤੇ ਅਮਰ ਕਥਾ ਸਰਵਣ ਕਰਨਾ ਗੁਰੂ ਸਤਿਗੁਰੂ ਦੇਵ, ਜਿਹੜੀ ਤ੍ਰੈ ਜੁਰ ਕਹਿੰਦੇ ਜਿਹੜੇ ਤਿੰਨ ਤਾਪਾਂ ਦਾ ਨਿਵਾਰਨ ਕਰਨ ਵਾਲੀ ਹੈ। ਬਾਹਰੋਂ ਰਿਤ ਪਾਵਸ ਸੁਭ ਆਈ, ਗਗਨ ਬੀਚ ਬਾਦਰ ਦ੍ਰਿਸ਼ਟ ਆਈ। ਕਹਿੰਦੇ ਹੁਣ ਬਰਸਾਤ ਦੀ ਰੁੱਤ ਸੋਹਣੀ ਆਈ ਹੈ ਅਤੇ ਆਕਾਸ਼ ਮੰਡਲ ਵਿੱਚ ਗਗਨ ਮੰਡਲ ਵਿੱਚ ਹੁਣ ਬਹੁਤ ਸੋਹਣੇ ਬੱਦਲ ਦਿਸਣ ਲੱਗੇ ਹੈ। ਭਾਗ ਜਗੇ ਪੂਰਬ ਜਗ ਆਸੀ, ਜਿਉ ਤਨ ਧਰਤ ਸੰਤ ਸੁਖ ਰਾਸੀ। ਜਿਸ ਪ੍ਰਕਾਰ ਜੀਵਾਂ ਦੇ ਕੋਈ ਪੂਰਲੇ ਭਾਗ ਜਾਗੇ ਹੋਣ ਅਤੇ ਜਗਿਆਸੂ ਜਨਾਂ ਨੂੰ ਪਰਮੇਸ਼ਰ ਦੇ ਨਾਮ ਦਾ ਉਪਦੇਸ਼ ਦੇਣ ਦੇ ਲਈ ਸੰਤ ਜਨ ਹੁਣ ਧਰਤੀ 'ਤੇ ਆਏ ਹੋਣ। ਚੜੀ ਘਟਾ ਕਾਲੀ ਜਿਵ ਕਾਲੀ, ਪਰਨੋ ਬ੍ਰਜ ਬਜਾਵਤ ਤਾਲੀ। ਅਤੇ ਆਕਾਸ਼ ਮੰਡਲ ਵਿੱਚ ਇਸ ਤਰ੍ਹਾਂ ਹੁਣ ਕਾਲੀਆਂ ਘਟਾਵਾਂ ਹੁਣ ਕਾਲੀ ਦੀ ਨਿਆਈ ਚੜ੍ਹ ਕੇ ਆਈਆਂ ਅਤੇ ਪਰਨੋਂ ਬਜਰ ਬਜਾਵਤ ਤਾਰੀ, ਅਤੇ ਜਿਹੜੀ ਬਿਜਲੀ ਹੈ, ਜਿਹੜੀ ਆਕਾਸ਼ੀ ਬਿਜਲੀ ਚਮਕ ਰਹੀ ਆ, ਇਉਂ ਹੁਣ ਭਾਸਦੀ ਹੈ ਜਿਵੇਂ ਤਾੜੀਆਂ ਮਾਰ ਰਹੀ ਹੋਵੇ। ਸਾਸਨ ਪਾਕ ਸਰਾਸਨ ਜੋ, ਬਾਂਕੀ ਪ੍ਰੈਕੁਟੇ ਲਖਿਅਤ ਸੋ। ਅਤੇ ਜਿਹੜਾ ਹੁਣ ਸਾਸਨ ਪਾਕ ਕਿਹਾ ਜਾਂਦਾ ਹੈ ਇੰਦਰ ਧਨੁਸ਼, ਇੰਦਰ ਦੇ ਤਾਈਂ ਸਰਾਸਨ ਕਹਿੰਦੇ ਧਨੁਸ਼, ਬਾਂਕੀ ਕਹੀਏ ਟੇਢੀਆਂ ਦੇ ਤਾਈਂ ਪਿਤਰਕੁਟੀ ਭਰਕੁਟੀ ਦਾ ਭਾਵ ਹੈ ਇੱਥੇ ਕੀਤਾ ਪਰਪੱਟੀ। ਹੁਣ ਜਿਹੜਾ ਇੰਦਰ ਜਿਹੜਾ ਧਨੁਸ਼ ਆਕਾਸ਼ ਵਿੱਚ ਜਿਹੜਾ ਬਰਸਾਤ ਪੈਣ ਤੋਂ ਬਾਅਦ ਜਿਸ ਨੂੰ ਆਪਾਂ ਆਮ ਕਰਕੇ ਬਾਲ ਕਹਿੰਦੇ ਸੱਤ ਰੰਗੀ ਪੀਂਘ, ਹੁਣ ਉਹ ਜਿਹੜਾ ਇੰਦਰ ਦਾ ਧਨੁਸ਼ ਹੈ ਉਹ ਕਾਲਕਾ ਦੇ ਹੁਣ ਟੇਢੇ ਭਰਪੱਟੇ ਜਾਪ ਰਹੇ ਹਨ। ਅਤ ਕਰ ਕਨ ਜੈ ਕੀ ਕਲਕਾਰੀ, ਡਰਤ ਅਸੁਰ ਸੇ ਮੇਚਕ ਬਿਆਰੀ। ਤੇ ਬਹੁਤ ਜ਼ਿਆਦਾ ਆਕਾਸ਼ੀ ਬਿਜਲੀ ਹੁਣ ਚਮਕ ਰਹੀ ਹੈ, ਜਿਸ ਕਾਰਨ ਹੁਣ
ਕਾਲੇ ਜਿਹੜੇ ਨਾਗ ਵਤ ਦੈਂਤ ਆ ਉਹ ਵੀ ਹੁਣ ਡਰ ਰਹੇ ਆ, ਦਹਿਲ ਰਹੇ ਆ, ਸਹਿਮ ਰਹੇ ਹੈ। ਹੋਤ ਕੋਖ ਜਹ ਗਰਜ ਸੁਹਾਵਤ, ਅਮਰ ਮਯੂਰ ਹਰਕ ਉਪਜਾਵਤ। ਬਹੁਤ ਜ਼ਿਆਦਾ ਹੁਣ ਬੱਦਲ ਗਰਜ ਰਿਹਾ ਹੈ। ਬੱਦਲਾਂ ਦੇ ਗਰਜਣ ਦੀ ਆਵਾਜ਼ ਨੂੰ ਸੁਣ ਕੇ ਜਿਹੜੇ ਅਮਰ ਕਹੀਦਾ ਦੇਵਤਿਆਂ ਤਾਈਂ ਤੇ ਮਯੂਰ ਕਹਿੰਦੇ ਆ ਮੋਰਾਂ ਦੇ ਤਾਈਂ ਹੁਣ ਚਾਉ ਹੋ ਰਿਹਾ ਹੈ। ਚੰਚਲ ਜੋ ਚੰਚਲ ਚਮਕਾਵਤ, ਪਾਨ ਕਿਰਪਾਨ ਲੈ ਨਚਾਵਤ। ਇਹ ਜਿਹੜੀ ਬਿਜਲੀ ਹੁਣ ਚਲਾਇਮਾਨ ਹੈ, ਲਿਸ਼ਕਾਂ ਮਾਰ ਰਹੀ ਹੈ, ਉਹ ਇੰਝ ਜਾਪਦੀ ਹੈ ਜਿਵੇਂ ਹੁਣ ਦੁਰਗਾ ਦੇ ਹੱਥ ਵਿੱਚ ਫੜੀਆਂ ਹੋਈਆਂ ਕਿਰਪਾਨਾਂ ਭਾਵ ਸ਼ਸਤਰ ਹੁਣ ਉਹ ਵਾਹ ਰਹੀ ਹੋਵੇ। ਦੰਤ ਪੰਕਤੀ ਸੋਬਤ ਬਲਾਕਾ, ਸ਼ਿਆਮ ਸਰੂਪ ਬਨਿਓ ਅਸਤਾਕਾ। ਆ ਦੰਤ ਕਹੀਦਾ ਦੰਦਾਂ ਦੇ ਤਾਈਂ, ਜਿਵੇਂ ਹੁਣ ਮਨੁੱਖ ਦੇ ਮੁੱਖ ਵਿੱਚ ਹੁਣ ਦੰਦਾਂ ਦੀ ਹੁਣ ਪੰਕਤੀਆਂ ਸ਼ੋਭਦੀਆਂ। ਆਕਾਸ਼ ਮੰਡਲ ਵਿੱਚ ਹੁਣ ਜਿਹੜੇ ਬਲਾਕਾ ਗਈ ਹੈ ਬਗਲਿਆਂ ਦੇ ਤਾਈਂ, ਹੁਣ ਬਗਲੇ ਇਉਂ ਹੁਣ ਉੱਡ ਰਹੇ ਹੈ। ਤੇ ਨਾਲ ਹੀ ਕਵੀ ਰਾਜ ਇੱਥੇ ਹੁਣ ਦੱਸ ਰਹੇ ਹੈ ਕਿ ਸਿਆਮ ਸੁੰਦਰ ਬਨਿਓ ਅਸਤਾਕਾ। ਤੇ ਹੁਣ ਇਹੋ ਜਿਹਾ ਹੁਣ ਜਿਹੜਾ ਸੋਹਣਾ ਸਰੂਪ ਹੈ ਹੁਣ ਕਾਲੀਆਂ ਘਟਾਵਾਂ ਦਾ ਬਣਿਆ ਹੋਇਆ ਹੈ। ਮਿਲਦਾ ਦੁਰ ਬਹੁ ਸ਼ਬਦ ਪੁਕਾਰਾ, ਮਨੋ ਪੜਤ ਬਾਲਕ ਚਟਸਾਰਾ। ਤੇ ਜਿਹੜੇ ਮੇਂਢਕ ਕਹੀਦਾ ਦਾਦਰ ਕਹਿੰਦੇ ਮੇਂਢਕ ਨੂੰ ਡੱਡੂਆਂ ਦੇ ਤਾਈਂ ਹੁਣ ਡੱਡੂ ਬਹੁਤ ਪੁਕਾਰ ਰਹੇ ਆ। ਹੁਣ ਆਪਾਂ ਆਮ ਹੀ ਵੇਖਦੇ ਹਾਂ ਜਦੋਂ ਵਰਖਾ ਰੁੱਤ ਆਉਂਦੀ ਹੈ ਤੇ ਬੱਦਲ ਜਦੋਂ ਗੜਕਦਾ ਹੈ ਤੇ ਨਾਲ ਡੱਡੂ ਵੀ ਹੁਣ ਟਰੈਂ ਦੀਆਂ ਆਵਾਜ਼ਾਂ ਕੱਢਦੇ ਆ। ਤੇ ਇਉਂ ਇਹ ਆਵਾਜ਼ਾਂ ਪ੍ਰਤੀਤ ਹੋ ਰਹੀਆਂ ਮਾਨੋ ਪੜ੍ਹਤ ਬਾਲਕ ਚਟਸਾਲਾ, ਜਿਵੇਂ ਇੱਕ ਚਾਟਸਾਲ ਦੇ ਵਿੱਚ, ਇੱਕ ਸਕੂਲ ਵਿੱਚ, ਇੱਕ ਵਿਦਿਆ ਮੰਦਰ ਵਿੱਚ ਬੈਠੇ ਚਾਟੜੇ ਵਿਦਿਆਰਥੀ ਪੜ੍ਹ ਰਹੇ ਹੋਣ। ਜਰ ਤੇ ਜਰ ਗਇਓ ਜੂਝ ਵਾਸਾ, ਜਿਉ ਹਰ ਭਜਨ ਹੋਤ ਅਗਨਾਸਾ। ਆ ਜਰ ਤੇ ਜਰ ਗਿਓ ਜੂਹ ਜਵਾਸਾ। ਜੂਹ ਜਵਾਸਾ ਦਾ ਭਾਵ ਹੈ ਵੀ ਉਹ ਜਿਹੜਾ ਘਾਹ ਜਿਹੜਾ ਜੜ੍ਹਾਂ ਤੋਂ ਹੀ ਜਲ ਗਿਆ, ਜਿਹੜਾ ਭਾਵ ਬਿਲਕੁਲ ਹੀ ਖਤਮ ਹੋ ਗਿਆ। ਤੇ ਇਹ ਇਉਂ ਖਤਮ ਹੋ ਗਿਆ ਜਿਵੇਂ ਕਹਿੰਦੇ ਹਰੀ ਭਜਨ ਨਾਲ ਜੀਵਾਂ ਦੇ ਅੱਗ ਗਈ ਦਾ ਪਾਪ ਕਰਮ ਨਾਸ਼ ਹੋ ਜਾਂਦੇ ਹਨ। ਮਿਲ ਸਰਿਤਾ ਸੋਜੇ ਲਗੁ ਨਾਲਾ, ਸਿੰਧੂ ਸਰੂਪ ਭੈ ਤੈ ਕਾਲਾ। ਆਦੇ ਜਿਹੜੇ ਛੋਟੇ ਬੜੇ ਹੁਣ ਨਦੀਆਂ ਨਾਲੇ ਹੈ ਉਹ ਹੁਣ ਬਹੁਤ ਹੁਣ ਭਰ ਗਏ ਹੈ। ਇੰਨਾ ਕੁ ਜ਼ਿਆਦਾ ਹੁਣ ਬੱਦਲ ਵਰਸ ਰਿਹਾ ਤੇ ਉਹ ਵੀ ਹੁਣ ਸਾਗਰ ਦਾ ਸਰੂਪ ਬਣ ਗਏ। ਬ੍ਰਹਮ ਗਿਆਨ ਭੈ ਜੈਸ ਮੁਖੂ, ਬ੍ਰਹਮ ਰੂਪ ਹੋਵਤ ਬਿਨ ਦੋਖੂ। ਆ ਜਿਵੇਂ ਹੁਣ ਬ੍ਰਹਮ ਗਿਆਨੀ ਦੀ ਪ੍ਰਾਪਤੀ ਜਿਨ੍ਹਾਂ ਨੂੰ ਹੋ ਜਾਂਦੀ ਹੈ ਬਿਨਾਂ ਕਿਸੇ ਕਸ਼ਟ ਤੋਂ, ਉਹ ਫਿਰ ਮੁਕਤੀ ਦੇ ਇੱਛੁਕ ਭਾਵ ਉਹ ਬ੍ਰਹਮ ਦਾ ਸਰੂਪ ਹੋ ਜਾਂਦੇ ਹਨ। ਤਜ ਮਰਿਆਦ ਉਚਰੇ ਲਗ ਤਾਲਾ, ਜਿਉ ਸ੍ਰੀ ਮਦ ਤੇ ਨੀਚਕ ਚਾਲਾ। ਤੇ ਇਸੇ ਤਰ੍ਹਾਂ ਕਵੀ ਜੀ ਕਹਿੰਦੇ ਹੁਣ ਉਹ ਸਾਰੇ ਨਾ ਹੁਣ ਉਛਲ ਰਹੇ ਆ, ਜਿਹੜੇ ਛੋਟੇ ਬੜੇ ਹੁਣ ਨਦੀਆਂ ਨਾਲੇ ਦਾ ਜਿਹੜਾ ਸਰੂਪ ਧਾਰਨ ਕਰ ਗਏ ਹੈ ਨਾ, ਜਿਹੜੇ ਹੁਣ ਛੋਟੀਆਂ ਨਦੀਆਂ ਨੇ ਹੁਣ ਉਹ ਆਪਣੇ ਹੁਣ ਸਮੁੰਦਰ ਦੀ ਨਿਆਂੋਂ ਉਛਲ ਰਹੀਆਂ। ਭਾਵ ਉਹਨਾਂ ਦੀ ਜਿਹੜੀ ਮਰਿਆਦਾ ਉਹ ਵਿਗੜ ਗਈ ਆ, ਇਉਂ ਵਿਗੜ ਗਈ ਹੈ ਜਿਉਂ ਸ਼੍ਰੀ ਮਦ। ਹੁਣ ਸ਼੍ਰੀ ਨਾਉ ਹੈ ਇੱਥੇ ਉਸ ਹੱਦ ਬੰਨੇ, ਇੱਥੇ ਸ਼੍ਰੀ ਦਾ ਭਾਵ ਹੈ ਲਕਸ਼ਮੀ ਮਾਇਆ। ਹੁਣ ਜਿਵੇਂ ਹੁਣ ਮਾਇਆ ਦੇ ਹੰਕਾਰ ਵਿੱਚ ਹੁਣ ਕੋਈ ਹੁਣ ਜਿਹੜਾ ਬੰਦਾ ਜਿਹਦੇ ਕੋਲੇ ਹੁਣ ਮਾਇਆ ਨਾ ਹੋਵੇ, ਉਹਨੂੰ ਥੋੜ੍ਹੀ ਬਹੁਤੀ ਮਾਇਆ ਮਿਲ ਜਾਏ ਤੇ ਫਿਰ ਬੰਦਾ ਹੰਕਾਰੀ ਹੋ ਜਾਂਦਾ। ਹੁਣ ਉਹ ਮਾਇਆ ਦੇ ਨਸ਼ੇ ਦੇ ਵਿੱਚ ਉਹ ਫਿਰ ਗਲਤਾਨ ਹੋਇਆ ਜੀਵ ਭੈੜੇ ਕਰਮ ਕਰਦਾ। ਹੁਣ ਇਸੇ ਤਰ੍ਹਾਂ ਹੀ ਮਾਨੋ ਜਿਹੜੇ ਛੋਟੇ ਛੋਟੇ ਹੁਣ ਨਦੀਆਂ ਸਨ, ਛੋਟੇ ਛੋਟੇ ਨਾਲੇ ਸਨ, ਜਦੋਂ ਉਹਨਾਂ ਦੇ ਵਿੱਚ ਬਹੁਤਾ ਪਾਣੀ ਪੈ ਗਿਆ ਤੇ ਉਹਨਾਂ ਨੂੰ ਆਪਣੀ ਮਰਿਆਦਾ ਭੁੱਲ ਗਈ ਹੈ ਤੇ ਉਹ ਹੁਣ ਆਪਣੇ ਤਾਂ ਹੀ ਵੱਧ ਚੱਲਣੀ ਹੁਣ ਭੈੜੇ ਹੁਣ ਉਹ ਭੈੜੀ ਚਾਲ ਚੱਲ ਰਹੀ ਹੈ। ਓਡਤ ਧੂਰ ਜੋ ਸਗਲ ਬਿਲਾਨੀ, ਜਿਉ ਸਤਿਗੁਰ ਮਿਲ ਕੁਮਤ ਨਗਾਨੀ। ਤੇ ਜਿਹੜੀ ਹੁਣ ਧੂੜ ਉੱਡ ਰਹੀ ਸੀ ਗਲੀਆਂ ਦੇ ਵਿੱਚ, ਰੇਤ ਉੱਡਦੀ ਸੀ, ਹੁਣ ਜਦੋਂ ਇੰਨਾ ਜ਼ਿਆਦਾ ਭਾਰੀ ਮੀਂਹ ਪਿਆ ਹੈ ਵਰਖਾ ਰੁੱਤ ਦੇ ਵਿੱਚ, ਉਹ ਸਾਰੀ ਗਲੀਆਂ ਦੀ ਧੂੜ ਸ਼ਾਂਤ ਹੋ ਗਈ ਹੈ। ਉਹ ਇਉਂ ਸ਼ਾਂਤ ਹੋ ਗਈ ਜਿਵੇਂ ਸਤਿਗੁਰਾਂ ਦੇ ਮਿਲਿਆ ਕੁਮਤ ਨਸਾਨੀ, ਜਿਵੇਂ ਭੈੜੀ ਮਤ ਦਾ ਨਾਸ਼ ਹੋ ਜਾਂਦਾ, ਗੁਰਮਤ ਦਾ ਪ੍ਰਕਾਸ਼ ਹੋ ਜਾਂਦਾ ਨਾ ਜਗਿਆਸੂ ਦੇ ਹਿਰਦੇ ਵਿੱਚ। ਇਸੇ ਤਰ੍ਹਾਂ ਸਾਰੀ ਗਲੀਆਂ ਦੀ ਧੂੜ ਮਿੱਟੀ ਬੈਠ ਗਈ ਹੈ। ਪੰਥੀ ਚਲਤ ਧਾਮ ਬਿਸਰਾਮੇ, ਜਿਉ ਮਨ ਥਿਰ ਸਿਮਰਤ ਹਰ ਨਾਮੇ। ਤੇ ਜਿਹੜੇ ਪੰਥੀ ਚਲਤ
ਹੁਣ ਪੰਥੀ ਕਹਿੰਦੇ ਜਿਹੜੇ ਰਾਹਗੀਰ ਹੈ, ਹੁਣ ਰਾਹਗੀਰ ਆਪੋ ਆਪਣੇ ਘਰੀ ਜਾ ਟਿਕ ਗਏ ਹੈ, ਅਤੇ ਜਿਵੇਂ ਹਰੀ ਨਾਮ ਦਾ ਸਿਮਰਨ ਕੀਤਿਆਂ ਮਨ ਟਿਕ ਜਾਂਦਾ ਹੈ ਨਾ, ਇਉਂ ਹੁਣ ਸਾਰੇ ਪਾਸੇ ਹੁਣ ਬਰਸਾਤ ਤੋਂ ਬਾਅਦ ਹੁਣ ਸ਼ਾਂਤੀ ਵਰਤੀ ਹੈ। ਹੁਣ ਮੌਸਮ ਨੇ ਦਾ ਜਿਹੜਾ ਹੈ ਭੈੜਾ ਵਹਾਅ ਗਰਮੀ ਦਾ ਹੁਣ ਉਹ ਤੋਂ ਨਿਜਾਤ ਮਿਲੀ ਹੈ, ਅਤੇ ਸਾਰੇ ਪਾਸੇ ਹੁਣ ਜੀਵਾਂ ਨੂੰ ਸਰੀਰ ਕਰਕੇ ਵੀ ਸੁਖ ਭਾਸਿਆ ਹੈ। ਜਿਉ ਲੀਲਾ ਕੀਨੀ ਰਿਤ ਬਰਖਾ ਤਿਉ ਮੈਂ ਕਹਿਓ ਸੁਣੋ ਸੋ ਹਰਖਾ। ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਚਰਨਾਂ ਦੇ ਖਡੂਰ ਸਾਹਿਬ ਦੀ ਪਵਿੱਤਰ ਭੋਜ 'ਤੇ ਬੈਠੇ ਬੇਨਤੀ ਕਰ ਰਿਹਾ ਸਤਿਗੁਰਦੇਵ, ਇਹ ਹੁਣ ਜਿਹੜੀ ਵਰਖਾ ਰੁੱਤ ਆਈ ਹੈ ਨਾ, ਇਹ ਵਰਖਾ ਰੁੱਤ ਦੇ ਵਿੱਚ ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਹੁਣ ਕਿਹੜੇ ਹੁਣ ਆਪਣੇ ਬੰਦਿਓ ਕੌਤਕ ਵਰਤਾਉਣਾ ਕੀਤੇ, ਕਿਵੇਂ ਜਗਤ ਜੀਵਾਂ ਦੇ ਤਾਈਂ ਉਪਦੇਸ਼ ਕਰਨਾ ਕੀਤਾ, ਉਹ ਇੱਥੇ ਵਾਰਤਾ ਮੈਂ ਆਪ ਜੀ ਦੇ ਚਰਨਾਂ 'ਤੇ ਸੁਣਾਉਂਦਾ ਹਾਂ। ਏਕ ਦਿਵਸ ਕਾਲੂ ਲੈ ਲੰਕਾ ਅੰਕਾ ਦਰ ਕਰ ਦੁਲਾਰ ਪਿਖ ਬਦਨ ਮੈਂ ਅੰਕਾ। ਹਾਂ, ਇੱਕ ਦਿਨ ਦੀ ਗੱਲ ਆ ਸਤਿਗੁਰੂ ਦੇਵ ਜੀ, ਉਹ ਸਤਿਗੁਰਾਂ ਦੇ ਪਿਤਾ ਬਾਬਾ ਕਲਿਆਣ ਦਾਸ ਜੀ ਨੇ ਆਪਣੇ ਪੁੱਤਰ ਸਤਿਗੁਰੂ ਨਾਨਕ ਸਾਹਿਬ ਨੂੰ ਹੁਣ ਆਪਣੇ ਅੰਕਾ ਕਹਿੰਦੇ ਹੁਣ ਗੋਦੀ ਦੇ ਵਿੱਚ ਲੈ ਲਿਆ। ਗੋਦੀ ਵਿੱਚ ਲੈ ਕੇ ਕਰ ਦੁਲਾਰ ਬਹੁਤ ਪਿਆਰ ਕੀਤਾ, ਪਿਖ ਬਦਨ ਮਯੰਕਾ। ਹੁਣ ਸੋਹਣਾ ਜਿਹੜਾ ਆਪਣੇ ਪੁੱਤਰ ਦਾ ਜਿਹੜਾ ਮੁੱਖ ਹੈ ਨਾ, ਹੁਣ ਉਹਦੇ ਤਾਈਂ ਹੁਣ ਚੁੰਮਣਾ ਕੀਤਾ ਹੈ ਅਤੇ ਬਹੁਤਾ ਪਿਆਰ ਜਤਾਇਆ ਹੈ। ਬਚਨ ਕਹਿਤ ਸੁਤ ਤੂੰ ਭਾਸਿਆਨਾ ਅਬਨੈ ਕਰਤ ਗੋ ਸੰਗ ਬਨ ਜਾਣਾ। ਅਤੇ ਸਤਿਗੁਰਾਂ ਦੇ ਪਿਤਾ ਨੇ ਨਾ ਆਪਣੇ ਪੁੱਤਰ ਜੀ ਨੂੰ ਕਿਹਾ ਕਿ ਪੁੱਤਰ ਹੁਣ ਤੂੰ ਸਿਆਣਾ ਹੋ ਗਿਆ, ਹੁਣ ਤੂੰ ਬੜਾ ਹੋ ਗਿਆ, ਇਸ ਕਰਕੇ ਹੁਣ ਤੂੰ ਨਾ ਅੱਜ ਤੋਂ ਹੁਣ ਮੱਝਾਂ ਗਾਵਾਂ ਨੂੰ ਚਾਰਨ ਵਾਸਤੇ ਨਹੀਂ ਜਾਣਾ। ਉਬੈ ਬ੍ਰਿਖਬ ਨਿਜ ਔਛਕ ਮਾਹੀ ਲਿਓ ਨਿਕਾਸ ਤਰਨ ਜੋ ਆਹੀ। ਹਾਂ, ਹੁਣ ਪੁੱਤਰ ਜੀ ਤੁਸੀਂ ਨਵਾਂ ਕਰਮ ਕਰਨਾ ਕਰੋ। ਹੁਣ ਤੁਸੀਂ ਦੋ ਉਬੈ ਬਿਰਖਬ ਦਾ ਭਾਵ ਹੈ ਵੀ ਦੋ ਹੁਣ ਛੋਟੇ ਬੱਚੇ ਹੈ ਨਾ ਜਿਹੜੇ, ਹੁਣ ਉਹ ਲੈਣਾ ਕਰੋ ਜਿਹੜੇ ਜਵਾਨ ਹੋ ਗਏ। ਹੁਣ ਤੁਸੀਂ ਆਪਣੇ ਤਾਈਂ ਹੁਣ ਦੋ ਬੱਚੇ ਜਿਹੜੇ ਆਪਣੇ ਮੱਝਾਂ ਗਾਵਾਂ ਦਾ ਜਿਹੜਾ ਬੱਗ ਹੈ ਨਾ, ਉਹਦੇ ਵਿੱਚੋਂ ਦੋ ਜਿਹੜੇ ਜਵਾਨ ਹੈ ਨਾ ਬੱਚੇ, ਉਹਨਾਂ ਨੂੰ ਹੁਣ ਤੁਸੀਂ ਕੱਢਣਾ ਕਰੋ ਜੀ। ਲਾਂਗੁਲ ਸੰਗ ਬਹੁਰ ਕਰ ਕਾਮਾ ਬੀਜ ਸੁਲਿਓ ਸਵਾ ਮਨ ਧਾਮਾ। ਤੇ ਤੁਸੀਂ ਹੁਣ ਇੱਕ ਨੌਕਰ ਆਪਣੇ ਨਾਲ ਲੈ ਲਓ ਅਤੇ ਉਹਨਾਂ ਹੁਣ ਬੱਚਿਆਂ ਨੂੰ ਹੁਣ ਉਹਨਾਂ ਨੂੰ ਹਾਲੀ ਕੱਢੋ ਅਤੇ ਸਵਾ ਮਣ ਘਰ ਦੇ ਵਿੱਚੋਂ ਅਨਾਜ ਲੈ ਜਾਓ ਅਤੇ ਹੁਣ ਧਰਤੀ ਹੈ ਜਿਹੜੀ ਉਹਨੂੰ ਸਿੰਜਣਾ ਕਰੋ ਅਤੇ ਧਰਤੀ ਸਿੰਜ ਕੇ ਉਹਦੇ 'ਚ ਬੀਜ ਬੋ ਦੇਣਾ ਕਰੋ। ਜਾਏ ਰਾਹੀਏ ਖੇਤ ਨਿਰਾਲਾ ਕਰੋ ਨੀਰ ਸੋ ਤੈ ਪ੍ਰਤਪਾਲਾ। ਅਤੇ ਫਿਰ ਸਮੇਂ ਦੇ ਨਾਲ ਬੀਜਿਆ ਹੋਇਆ ਬੀਜ ਪ੍ਰਫੁੱਲਤ ਹੋਏਗਾ ਅਤੇ ਜਦੋਂ ਹੁਣ ਬੀਜ ਪ੍ਰਫੁੱਲਤ ਹੋਏਗਾ ਫਿਰ ਉਹਦੀ ਸੰਭਾਲ ਕਰੋ, ਉਹਨੂੰ ਸਮੇਂ-ਸਮੇਂ 'ਤੇ ਖਾਦ ਪਾਣੀ ਦੇ ਕੇ ਸਿੰਜਣਾ ਕਰੋ। ਮ੍ਰਿਗ ਪਸ਼ੂਆਂ ਕੇ ਹੋਏ ਰਖਵਾਰੇ ਕ੍ਰਿਕ ਪਕਾਏ ਕੀਜੈ ਖਲਵਾਰੇ। ਤੇ ਪੁੱਤਰ ਜੀ ਫਿਰ ਜਦੋਂ ਫਸਲ ਵੱਡੀ ਹੋ ਜਾਏਗੀ ਫਿਰ ਆਵਾਰਾ ਪਸ਼ੂਆਂ ਤੋਂ, ਆਵਾਰਾ ਡੰਗਰਾਂ ਤੋਂ, ਮਿਰਗਾਂ ਤੋਂ, ਹਰਣਾਂ ਤੋਂ ਫਿਰ ਉਹਦੀ ਰਾਖੀ ਵੀ ਕਰਨੀ ਹੈ। ਅਤੇ ਫਿਰ ਸਮਾਂ ਆਉਣ 'ਤੇ ਉਹ ਜਿਹੜੀ ਆਪਣੀ ਬੀਜੀ ਹੋਈ ਤੁਹਾਡੀ ਫਸਲ ਆ ਉਹ ਪੱਕ ਜਾਏਗੀ, ਫਿਰ ਬੋਹਲ ਲੱਗ ਜਾਣਗੇ। ਜੇ ਅਨ ਆਨੋ ਬਹੁ ਇੱਕ ਵਾਰੀ ਰੱਖ ਦੇਵੋ ਕਾਮੇ ਦੋਇ ਚਾਰੀ। ਇਸ ਪ੍ਰਕਾਰ ਪੁੱਤਰ ਫਿਰ ਜਦੋਂ ਹੁਣ ਖਲਵਾਰੇ ਪਾ ਦਿੱਤੇ ਜਾਣਗੇ, ਬਹੁਤਾ ਹੁਣ ਅਨਾਜ ਤੁਸੀਂ ਇਕੱਠਾ ਕਰ ਲਵੋਗੇ ਅਤੇ ਫਿਰ ਆਪਾਂ ਉਸ ਅਨਾਜ ਦੇ ਤਾਈਂ ਕਟਾਈ ਤੋਂ ਬਾਅਦ ਉਹਨੂੰ ਕੱਢ ਲੈਣਾ ਕਰਾਂਗੇ ਬੋਹਲ ਲਾ ਕੇ। ਫਿਰ ਜੇ ਸਮੇਂ ਦੇ ਨਾਲ ਜਦੋਂ ਫਿਰ ਤੁਹਾਡੇ ਦੁਆਰਾ ਬੋਹਲ ਲੱਗ ਜਾਣਗੇ, ਬਹੁਤ ਅੰਨ ਆਪਣੇ ਕੋਲ ਇਕੱਠਾ ਹੋ ਜਾਏਗਾ ਅਤੇ ਫਿਰ ਪੁੱਤਰ ਜੀ ਮੈਂ ਅਗਲੀ ਵਾਰ ਤੱਕ ਤੁਹਾਡੇ ਨਾਲ ਕੋਈ ਦੋ ਹੋਰ ਨੌਕਰ ਰਲਾ ਦੇਵਾਂਗਾ। ਅਸਬਿਦ ਕੀ ਕ੍ਰਿਤ ਕਰੋ ਨਿਬਾਹੀ ਅਟੁੱਟ ਹੋਏ ਸਭ ਕਿਛ ਕਰ ਮਾਹੀ। ਹਾਂ, ਇਹੋ ਜੀ ਪੁੱਤਰ ਤੁਸੀਂ ਸ੍ਰੇਸ਼ਟ ਕਰਨਾ ਕਰੋ ਅਤੇ ਆਪਣੇ ਘਰੇ ਫਿਰ ਕੋਈ ਅੰਨ ਪਾਣੀ ਦੀ ਤੋਟ ਨਹੀਂ ਰਹੇਗੀ, ਭਾਵ ਬੇਅੰਤ ਆਪਣੇ ਘਰੇ ਅੰਨ ਜਲ ਦੇ ਭੰਡਾਰੇ ਭਰ ਜਾਣਗੇ। ਸ਼੍ਰੀ ਨਾਨਕ ਸੁਨ ਕਰ ਪਿਤ ਬਾਨੀ ਜੋ ਤਨ ਤ੍ਰਿਸ਼ਨਾ ਮਹਿਲ ਪਟਾਨੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਆਪਣੇ ਪਿਤਾ ਜੀ ਦੇ ਇਹਨਾਂ ਬਚਨਾਂ ਨੂੰ ਸੁਣਿਆ ਅਤੇ ਸਮਝਿਆ ਕਿ ਇਹਨਾਂ ਦੀ ਮੱਤ ਬਹੁਤ ਜ਼ਿਆਦਾ ਧਨ ਦੀ ਤ੍ਰਿਸ਼ਨਾ ਦੇ ਵਿੱਚ ਲਿਪਟੀ ਹੋਈ ਹੈ। ਸੁਨੋ ਪਿਤਾ ਜੀ ਆਇਸ ਜੈਸੀ ਕਹੋ ਆਪ ਹੋ ਕਰਿਓ ਤੈਸੀ। ਇਹ
ਸਤਿਗੁਰਾਂ ਨੇ ਕਿਹਾ ਪਿਤਾ ਜੀ ਵੀ 7 ਬਚਨ ਤੁਹਾਡੀ ਜੋ ਸਾਨੂੰ ਆਗਿਆ ਅਸੀਂ ਉਸੇ ਤਰ੍ਹਾਂ ਹੀ ਕਾਰ ਕਰ ਲੈਣੀ ਕਰਾਂਗੇ। ਤਬ ਕਾਲੋ ਦੇ ਬੀਜ ਤੁਲਾਇਆ ਇਕ ਕਾਮਾ ਸੁਤ ਸੰਗ ਰਲਾਇਆ। ਤੇ ਸਤਿਗੁਰਾਂ ਦੇ ਪਿਤਾ ਨੇ ਹੁਣ ਘਰੋਂ ਬੀਜ ਤੋਲ ਕੇ ਦੇ ਦੇਣਾ ਕੀਤਾ ਹੈ ਤੇ ਇੱਕ ਕਾਮਾ ਵੀ ਆਪਣੇ ਪੁੱਤਰ ਜੀ ਦੇ ਨਾਲ ਰਲਾ ਦਿੱਤਾ ਹੈ। ਲਾਂਗੁਲ ਬੀਜ ਲੈ ਕਰ ਦੋ ਵਾਹੁਣ ਗਏ ਭੂਮੀ ਕਾ ਸੋ। ਆ ਸਤਿਗੁਰਾਂ ਨੇ ਆਪਣੇ ਘਰੋਂ ਹੁਣ ਬੀਜ ਲਿਆ ਹੈ। ਹੁਣ ਪਿਤਾ ਜੀ ਦੀ ਕਹੇ ਅਨੁਸਾਰ 2 ਬਲਦ ਵੀ ਲੈ ਲੈਣਾ ਕੀਤੇ ਹੈ ਤੇ ਖੇਤ ਨੂੰ ਚਲੇ ਗਏ ਹੈ। ਕਹੂੰ ਕਹੂੰ ਕਾਢਿਓ ਸਿਆਰਾ ਜਿਤੋ ਬੀਜ ਦੇ ਸਭ ਬਿਸਤਾਰਾ। ਤੇ ਸਤਿਗੁਰਾਂ ਨੇ ਹੁਣ ਆਪਣੇ ਨਾਲ ਜਿਹੜਾ ਨੌਕਰ ਲਿਆ ਉਹਨੂੰ ਨਾਲ ਲਾ ਕੇ ਨਾ ਕਿਤੇ ਕਿਤੇ ਹੁਣ ਜਿਹੜਾ ਖੇਤ ਹੈ ਸਤਿਗੁਰਾਂ ਦੇ ਪਿਤਾ ਜੀ ਦਾ ਹੁਣ ਰਾਏ ਭੋਏ ਕੀ ਤਲਵੰਡੀ ਵਿੱਚ ਹੁਣ ਉੱਥੇ ਕਿਤੇ ਕਿਤੇ ਉਹਨਾਂ ਨੇ ਹੁਣ ਸਿਆੜ ਕੱਢ ਦਿੱਤੇ ਆ ਉਹ ਭਾਵ ਓੜੇ ਲਾ ਦਿੱਤੇ ਹੈ। ਭਾਈ ਸੰਜ ਆਏ ਨਿਜ ਸਦਨਾ ਕਾਲੂ ਪਰਫੁੱਲਤ ਪਿਖ ਬਦਨਾ। ਆਦੇ ਸ਼ਾਮ ਤੱਕ ਸਤਿਗੁਰਾਂ ਨੇ ਉਸ ਪਿਤਾ ਦੇ ਕਹੇ ਅਨੁਸਾਰ ਕਰਮ ਨੂੰ ਕੀਤਾ ਹੈ ਤੇ ਸ਼ਾਮ ਤੱਕ ਸਾਰਾ ਬੀਜ ਹੁਣ ਧਰਤੀ ਤਾਈਂ ਬੀਜ ਕੇ ਆਪਣੇ ਘਰੇ ਆਏ ਹੈ। ਸ਼੍ਰੀ ਗੁਰ ਕਰਮੈ ਬਰਕਤ ਭਾਰੀ ਕਹਿ ਮਹਿ ਸ਼ਕਤ ਸੁ ਕਰੈ ਉਚਾਰੀ। ਤੇ ਬਹੁਤ ਜ਼ਿਆਦਾ ਹੁਣ ਘਰੇ ਆਇਆਂ ਨੂੰ ਹੁਣ ਸ਼ਾਮ ਦੇ ਵੇਲੇ ਪਿਤਾ ਜੀ ਨੂੰ ਚਾਅ ਹੋਇਆ ਹੈ ਤੇ ਸਤਿਗੁਰਾਂ ਦੇ ਤਾਂ ਹੀ ਹੁਣ ਜਿਹੜੀ ਬਰਕਤ ਹੈ ਨਾ ਹੱਥਾਂ ਦੇ ਵਿੱਚ ਬਹੁਤ ਭਾਰੀ ਹੈ। ਤੇ ਇੱਥੇ ਹੁਣ ਭਾਈ ਬਾਲਾ ਜੀ ਕਹਿ ਰਿਹਾ ਕਹਿ ਮੈਂ ਸਖਤ ਨਾ ਕਰਹਿ ਉਚਾਰੀ। ਹੁਣ ਮੇਰੇ ਵਿੱਚ ਪੂਰਨ ਤੌਰ 'ਤੇ ਸਮਰੱਥਾ ਨਹੀਂ ਸਤਿਗੁਰਦੇਵ ਵੀ ਮੈਂ ਸਤਿਗੁਰਾਂ ਦੀ ਮਹਾਨ ਮਹਿਮਾ ਨੂੰ ਬਿਆਨ ਸਕਾਂ। ਦਿਵਸ ਤੀਸਰੇ ਪੀ ਸਭ ਜਾਈ ਜਨ ਅਵਨੀ ਨਿਜ ਆਨੰਦ ਜਨਾਈ। ਤੇ ਤੀਸਰੇ ਦਿਨ ਸਤਿਗੁਰੂ ਦੇਵ ਉਹ ਸਾਰਾ ਬੀਜਿਆ ਬੀਜ ਹਰਾ ਹੋ ਗਿਆ ਤੇ ਸਾਰੀ ਧਰਤੀ ਹੁਣ ਹਰੀ ਭਰੀ ਹੋ ਗਈ। ਮਨ ਹੁਣ ਧਰਤੀ ਨੇ ਆਪਣੀ ਪ੍ਰਸੰਨਤਾ ਪ੍ਰਗਟਾਈ ਹੋਵੇ। ਕਾਲੂ ਜਾਏ ਕ੍ਰਿਖੀ ਜਬ ਦੇਖੀ ਸ਼ਗਨ ਉਗੀ ਭਾਮੋਦ ਵਸੇਖੀ। ਤੇ ਪਿਤਾ ਕਲਿਆਣ ਸਤਿਗੁਰਾਂ ਦੇ ਪਿਤਾ ਕਲਿਆਣ ਦਾਸ ਜੀ ਨੇ ਜਦੋਂ ਜਾ ਕੇ ਦੇਖਿਆ ਨਾ ਬਹੁਤ ਸੰਘਣੀ ਹੁਣ ਬੀਜੇ ਹੋਏ ਬੀਜ ਹੁਣ ਉੱਗੇ ਹੈ ਤੇ ਬਹੁਤ ਜ਼ਿਆਦਾ ਚਿੱਤ ਨੂੰ ਹੁਣ ਖੁਸ਼ੀ ਹੋਈ ਹੈ। ਹੋਏ ਤਾਤ ਮਮ ਵਡ ਕ੍ਰਿਖਕਾਰਾ ਦਿਉ ਬਸਾਏ ਇੱਕ ਗ੍ਰਾਮ ਨਰਾਰਾ। ਤੇ ਸਤਿਗੁਰਾਂ ਦੇ ਪਿਤਾ ਨੇ ਹੁਣ ਉੱਗੀ ਹੋਈ ਖੇਤੀ ਨੂੰ ਵੇਖ ਕੇ ਬਹੁਤ ਖੁਸ਼ੀ ਮਨਾਈ ਹੈ ਚੇਤੀ ਚਿੱਤ ਔਰ ਆਪਣੇ ਮਨ ਦਾ ਹੀ ਵਿਚਾਰ ਕੀਤਾ ਵੀ ਹੁਣ ਮੇਰਾ ਪੁੱਤਰ ਹੁਣ ਜਦੋਂ ਵੱਡਾ ਹੋ ਜਾਏਗਾ ਨਾ ਤੇ ਇਹ ਫਿਰ ਵੱਡਾ ਕੰਮ ਕਰੇਗਾ ਖੇਤੀ ਦਾ ਤੇ ਮੈਂ ਇਹਨੂੰ ਇੱਕ ਵੱਖਰਾ ਨਗਰ ਵਸਾ ਦਿਆਂਗਾ। ਨਿਪਜਾਵਨ ਤਨ ਅਨੇਕ ਬਿਦਨ ਸੋ ਆਇਓ ਕਰਤ ਚਿਤਵਨ ਨਿਜ ਮਨ ਸੋ। ਆ ਤੇ ਹੁਣ ਫਿਰ ਇਹ ਬਹੁਤ ਵੱਡਾ ਕਿਸਾਨ ਬਣ ਜਾਏਗਾ ਤੇ ਫਿਰ ਇਹਦੇ ਦੁਆਰਾ ਫਿਰ ਘਰ ਵਿੱਚ ਹੁਣ ਧਨ ਦੇ ਵਿੱਚ ਹੁਣ ਬਹੁਤ ਜ਼ਿਆਦਾ ਵਾਧਾ ਹੋਏਗਾ ਤੇ ਘਰ ਹੁਣ ਧਨ ਧਾਮ ਨਾਲ ਭਰ ਜਾਏਗਾ। ਸ਼੍ਰੀ ਗੁਰੂ ਨਾਨਕ ਹਿਰਦੇ ਵਿਚਾਰੀ ਧਨ ਤ੍ਰਿਸ਼ਨਾ ਦਿਨ ਪ੍ਰਤ ਪਿਤ ਭਾਰੀ। ਇਹ ਵਿਚਾਰ ਹੁਣ ਲੈ ਕੇ ਹੁਣ ਪਿਤਾ ਕਲਿਆਣ ਦਾਸ ਜੀ ਘਰ ਆਏ ਹੈ। ਇਹਦਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਆਪਣੇ ਪਿਤਾ ਜੀ ਦੇ ਇਸ ਸੁਭਾਅ ਬਾਰੇ ਬੋਧ ਹੈ ਗਿਆਨ ਹੈ। ਫਿਰ ਯਾਂਤੇ ਅਬਹੀ ਬਨਨ ਬੇਰੋ ਧਨ ਖਟਣੇ ਕੋ ਮਿਟਵੈ ਚੇਰੋ। ਤੇ ਸਤਿਗੁਰਾਂ ਨੇ ਹੁਣ ਉਸੇ ਵੇਲੇ ਪਿਤਾ ਜੀ ਦੇ ਫੁਰਨੇ ਨੂੰ ਪਕੜ ਲਿਆ ਤੇ ਹੁਣ ਸਮਝਿਆ ਵੀ ਹੁਣੇ ਹੀ ਵੇਲਾ ਹੈ ਵੀ ਵੇਲਾ ਰਹਿੰਦੇ ਪਿਤਾ ਜੀ ਨੂੰ ਹੁਣ ਜਿਹੜਾ ਬਹੁਤਾ ਧਨ ਹੁਣ ਮੇਰੇ ਤਾਈਂ ਹੁਣ ਪ੍ਰਾਪਤ ਕਰਨ ਦਾ ਝਮੇਲਾ ਹੈ ਨਾ ਝੇਰਾ ਹੈ ਹੁਣ ਉਹ ਝਮੇਲੇ ਨੂੰ ਮੁਕਾ ਦੇਣਾ ਬਣਦਾ ਹੈ। ਵੈਸੇ ਬਹੁਰ ਖੇਤ ਰਖਵਾਰੀ ਵਰਜ ਕਿਸਨ ਚਰੈ ਪਸੁਚਾਰੀ। ਹੁਣ ਸਮਾਂ ਆਪਦੀ ਚਾਲ ਚੱਲਦਾ ਜਾ ਰਿਹਾ ਸਤਸੰਗੀ ਜਨੋ ਤੇ ਹੁਣ ਜਿਹੜਾ ਬੀਜੀ ਹੋਈ ਫਸਲ ਆ ਬਹੁਤ ਖੇਤਾਂ ਵਿੱਚ ਲਹਿਰ ਲਾਉਣ ਲੱਗੀ ਹੈ ਤੇ ਹੁਣ ਪਿਤਾ ਜੀ ਦੇ ਕਹੇ ਅਨੁਸਾਰ ਰਾਖੀ ਬੈਠੇ ਆ ਸਤਿਗੁਰਦੇਵ ਪਰ ਹੁਣ ਕਿਸੇ ਵੀ ਪਸ਼ੂ ਨੂੰ ਹੂੜਦੇ ਨਹੀਂ ਮੋੜਦੇ ਨਹੀਂ। ਰਾਸ਼ਬ ਬੜਵਾ ਗੋ ਮ੍ਰਿਗ ਬ੍ਰਿੰਦਰਾ ਚਰਤ ਖੇਤ ਰਹਿ ਬੈਸ ਆਨੰਦਾ। ਹਾਂ ਹੁਣ ਖੇਤ ਵਿੱਚ ਗਧੇ ਘੋੜੇ ਗਊਆਂ ਹਿਰਨ ਮਿਰਗ ਹੁਣ ਖੇਤ ਨੂੰ ਹੁਣ ਚਰਦੇ ਆ ਤੇ ਸਤਿਗੁਰਦੇਵ ਆਪ ਬੜੇ ਆਨੰਦ ਸਹਿਤ ਬੈਠੇ ਇਸ ਸਾਰੇ ਦ੍ਰਿਸ਼ ਨੂੰ ਵੇਖਦੇ ਹੈ। ਦਿਨ ਦੋ ਇੱਕ ਮਹਿ ਦੀਨ ਨਵੇਰੀ ਇੱਕ ਨ ਬੂਟ ਜਹ ਸ਼ਗਨ ਕਨੇਰੀ।
ਹਾਂ ਜਿੱਥੇ ਬਹੁਤ ਸੰਘਣੀ ਫਸਲ ਸੀ ਨਾ ਉੱਥੇ ਇੱਕ ਦੋ ਦਿਨਾਂ ਬਾਅਦ ਹੁਣ ਅੱਖ 'ਚ ਮਾਰਨ ਨੂੰ ਡੱਕਾ ਨਾ ਮਿਲਿਆ। ਆਹ ਸਾਰਾ ਹੁਣ ਪਸ਼ੂਆਂ ਤੋਂ ਖੇਤ ਸਤਿਗੁਰਾਂ ਨੇ ਚਰਾ ਦਿੱਤਾ। ਕਾਲੂ ਗਇਓ ਬਿਲੋਕਨ ਖੇਤੂ ਟਿਗ ਬੈਠੇ ਬੇਦੀ ਕੁਲ ਕੇਤੂ। ਆ ਕਈ 3-4 ਦਿਨਾਂ ਬਾਅਦ ਹੁਣ ਸਤਿਗੁਰਾਂ ਦੇ ਪਿਤਾ ਮਹਿਤਾ ਕਲਿਆਣ ਦਾਸ ਜੀ ਗਏ ਹੈ ਤੇ ਕੀ ਦੇਖਦੇ ਹੈ ਕਿ ਉਹਨਾਂ ਦੇ ਪੁੱਤਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਬਿਰਛ ਨੀਚੇ ਵਿਰਾਜ ਰਹੇ ਹੈ। ਫਿਰ ਕੇਦਾਰ ਮਦ ਪਸ਼ੂ ਬਰਿੰਦਾ ਕਿਸੇ ਨ ਬਰੰਜੈ ਆਨੰਦ ਕੰਦਾ। ਅਤੇ ਕੀ ਦੇਖਦੇ ਆ ਵੀ ਸਾਰੇ ਹੁਣ ਖੇਤਾਂ ਦੇ ਵਿੱਚ ਤੇ ਹੁਣ ਅਵਾਰਾ ਹੁਣ ਜਿਹੜੇ ਪਸ਼ੂ ਡੰਗਰ ਹੈ ਫਿਰ ਰਹੇ ਹੈ ਤੇ ਉਹਨਾਂ ਦੇ ਪੁੱਤਰ ਹੁਣ ਕਿਸੇ ਡੰਗਰ ਨੂੰ ਨਹੀਂ ਵਰਜਦੇ, ਬੜੇ ਆਨੰਦ ਸਹਿਤ ਬੈਠੇ ਹੈ। ਅਸ ਬਿਦ ਦੇਖ ਕ੍ਰੋਧ ਭਾ ਕਾਲੂ ਮੁਖ ਬੋਲਤ ਦੁਰਵਚਨ ਵਿਸਾਲੂ। ਜਿਹਦੇ ਸਾਰੇ ਦ੍ਰਿਸ਼ ਨੂੰ ਦੇਖਿਆ ਤੇ ਬਾਬਾ ਕਲਿਆਣ ਦਾਸ ਜੀ ਹੁਣ ਬੜੇ ਕ੍ਰੋਧਿਤ ਹੋਏ ਆ, ਲੋਹੇ ਲਾਖੇ ਹੋਏ ਆ ਤੇ ਆਪਣੇ ਮੁਖ ਤੋਂ ਹੁਣ ਸਤਿਗੁਰਾਂ ਨੂੰ ਦੁਰਵਚਨ ਵਿਸਾਲੂ ਭੈੜੇ ਬੋਲ ਹੁਣ ਬੋਲਣ ਲੱਗੇ ਹੈ। ਮੰਦ ਭਾਗ ਮੈਂ ਆਪਨ ਨਿਹਾਰਾ ਤੂੰ ਸੁਤ ਜਨਮਿਓ ਸਦਨ ਉਜਾਰਾ। ਕਹਿਣ ਲੱਗੇ ਮੇਰੇ ਬਹੁਤ ਮਾੜੇ ਭਾਗ ਹੈ। ਹੁਣ ਸਤਿਗੁਰਾਂ ਨੂੰ ਦੇਖੋ, ਹੁਣ ਸਤਿਗੁਰਾਂ ਦੇ ਪਿਤਾ ਨੂੰ ਸਮਝ ਨਹੀਂ ਸੀ ਨਾ। ਕਹਿਣ ਲੱਗਾ ਵੀ ਮੰਦ ਭਾਗ ਮੈਂ ਆਪਣੇ ਨਿਹਾਰਾ, ਵੀ ਮੈਂ ਤਾਂ ਆਪਣੇ ਮਾੜੇ ਭਾਗ ਹੀ ਵੇਖ ਰਿਹਾ। ਕਿਉਂ? ਕਿਉਂਕਿ ਤੂੰ ਸੁਤ ਜਨਮਿਓ ਸਦਨ ਉਜਾਰਾ। ਹੁਣ ਤੂੰ ਮੇਰਾ ਘਰ ਉਜਾੜੂ ਜੋ ਪੁੱਤਰ ਮੇਰੇ ਘਰੇ ਪੈਦਾ ਹੋਇਆ ਹੈ। ਆਰ ਬਲਾ ਲਗੋ ਮੈਂ ਤਵ ਚਾਲੀ ਵਸਤੂ ਖੋਏ ਕੈ ਆਲੇ ਖਾਲੀ। ਹਾਂ ਜਦੋਂ ਤੂੰ ਛੋਟੀ ਉਮਰ ਸੀ ਉਦੋਂ ਕਿਹੜਾ ਤੂੰ ਬਹੁਤਾ ਕੋਈ ਚੰਗਾ ਕਾਰ ਕਰਦਾ ਸੀ, ਉਦੋਂ ਵੀ ਤਾਂ ਤੇਰੀ ਚਾਲ ਮਾੜੀ ਸੀ। ਉਦੋਂ ਵੀ ਤਾਂ ਤੂੰ ਘਰ ਦੇ ਜਿਹੜੇ ਹੁਣ ਕੌਲੇ ਬਾਟੇ ਸੀ ਉਹ ਗਵਾਉਣਾ ਕੀਤੇ ਸੀ। ਉਚਿਤ ਕਮਾਵਨ ਅਬ ਭੀ ਬੈਸਾ ਕਰਨ ਕੋ ਕਾਜ ਲਗੇ ਪੁਨ ਐਸਾ। ਹੁਣ ਵੀ ਤੇਰਾ ਉਚਿਤ ਹੁਣ ਯੋਗ ਕੰਮ ਕਰਨ ਦਾ ਸਮਾਂ ਸੀ, ਕਮਾਈ ਕਰਨ ਦਾ ਵੇਲਾ ਸੀ, ਪਰ ਹੁਣ ਤੂੰ ਫੇਰ ਉਹੀ ਪਹਿਲਾਂ ਵਾਲੀਆਂ ਹੀ ਜਿਹੜੀਆਂ ਕਰਤੂਤਾਂ ਕਰਮ ਹੈ ਲੱਗ ਗਿਆ ਕਰਨ ਹੈ। ਮੁਝ ਪਛਾਤ ਖਾਏ ਕ੍ਰਿਤ ਕਰ ਕੋ ਰਲੇ ਫਕੀਰਨ ਸੋ ਤਜ ਕਰ ਕੋ। ਹਾਂ ਮੇਰੇ ਮਾਰਨ ਪਿੱਛੋਂ ਤਾਂ ਤੂੰ ਕਿਹੜੀ ਕਮਾਈ ਕਰਕੇ ਖਾਏਗਾ? ਮੈਨੂੰ ਤਾਂ ਇਹੀ ਲੱਗਦਾ ਤੂੰ ਘਰ-ਬਾਰ ਤਿਆਗ ਕੇ ਨਾਲ ਕੋਈ ਸਾਦਾ ਫਕਰਾਂ ਫਕੀਰਾਂ ਨਾਲ ਹੀ ਰਲ ਜਾਏਗਾ। ਹੇਰ ਹੇਰ ਕਹਿ ਵਾਕ ਕਠੋਰਾ ਲੱਖ ਕੁਚਾਲ ਕੋ ਰੋਸ ਨ ਥੋਰਾ। ਹੁਣ ਇਹੋ ਜਿਹੇ ਹੁਣ ਬਚਨ ਹੈ ਨਾ ਮਹਿਤਾ ਕਲਿਆਣ ਦਾਸ ਹੁਣ ਆਪਣੇ ਮੁਖ ਤੋਂ ਲਗਾਤਾਰ ਕਹਿ ਰਹੇ ਵੇਖ ਵੇਖ ਸਤਿਗੁਰਾਂ ਤਾਈਂ। ਤੁਝ ਜਨਮੇ ਤੇ ਕੋ ਗੁਣ ਮੋਹੀ ਯਾਤੇ ਭਲੋ ਰਹਿਤ ਮੈਂ ਯੋਹੀ। ਹਾਂ ਬਹੁਤ ਹੁਣ ਕ੍ਰੋਧਤ ਹੈ ਨਾ। ਕਹਿਣ ਲੱਗੇ ਵੀ ਤੂੰ ਹੁਣ ਨਾ ਹੀ ਜੰਮਦਾ ਤੇ ਫਿਰ ਕਿਹੜਾ ਕੋਈ ਥੋੜ ਪਈ ਸੀ। ਤੁਝ ਜਨਮੇ ਤੇ ਕੋ ਗੁਣ ਮੋਹੀ, ਮੈਨੂੰ ਤੇਰੇ ਜਨਮ ਲੈਣ ਤੇ ਕੋਈ ਫਾਇਦਾ ਨਹੀਂ ਹੋਇਆ, ਕੋਈ ਗੁਣ ਨਹੀਂ ਹੋਇਆ, ਤਾਂ ਤੇ ਹੁਣ ਮੈਂ ਐਉਂ ਬਿਨਾ ਪੁੱਤਰ ਦੀ ਰਹਿ ਜਾਂਦਾ। ਇੱਕ ਪੁੱਤਰੀ ਸੀ ਨਾਨਕੀ, ਮੈਨੂੰ ਹੁਣ ਤੇਰੇ ਜਨਮਣ ਦਾ ਹੁਣ ਕੋਈ ਫਾਇਦਾ ਨਹੀਂ ਹੋਇਆ। ਇੱਕ ਸਪੂਤ ਬਹੁ ਦਰਬ ਕਮਾਵਹਿ ਤੂੰ ਅਸ ਭਾਜੋ ਬਾਦ ਗਵਾਵਹਿ। ਇੱਕ ਉਹ ਪੁੱਤਰ ਹੁੰਦੇ ਹੈ ਜਿਹੜੇ ਸੁਪੁੱਤਰ ਬਣ ਜਾਂਦੇ ਹੈ, ਇੱਕ ਤੂੰ ਹੈ ਜਿਹੜਾ ਹੁਣ ਸਾਰਾ ਕੁਝ ਘਰ ਦਾ ਹੁਣ ਵਿਅਰਥ ਵਿੱਚ ਹੀ ਗਵਾ ਰਿਹਾ ਹੈ, ਲੁਟਾ ਰਿਹਾ ਹੈ। ਜਾਏ ਨਗਰ ਪੁਨ ਦਿਜ ਬਰ ਸਦਨਾ ਉਪਾਲੰਬ ਕੇ ਕਹਿ ਬਚ ਬਦਨਾ। ਹੁਣ ਬਹੁਤ ਲੋਹੇ ਲਾਖੇ ਹੋਏ ਮਹਿਤਾ ਕਲਿਆਣ ਦਾਸ ਜੀ ਨਾ ਹੁਣ ਸਤਿਗੁਰਾਂ ਦੇ ਕੋਲੋਂ ਹੁਣ ਘਰ ਨੂੰ ਵਾਪਸ ਚਲੇ ਗਏ। ਸਤਿਗੁਰੂ ਖੇਤ ਵਿੱਚ ਹੀ ਵਿਰਾਜ ਰਹੇ, ਹੁਣ ਨਗਰ ਨੂੰ ਗਏ ਹੈ ਤੇ ਨਗਰ ਨੂੰ ਦੇ ਵਿੱਚ ਘਰ ਨਹੀਂ ਪਹੁੰਚੇ, ਸਿੱਧਾ ਹੁਣ ਉਸ ਪੰਡਤ ਦੇ ਕੋਲ ਗਏ ਹੈ ਜਿਹਨੇ ਕਿਹਾ ਸੀ ਨਾ ਵੀ ਇਹ ਪੁੱਤਰ ਨਾਨਕ ਤੁਹਾਡਾ ਬਹੁਤ ਹੀ ਜ਼ਿਆਦਾ ਭਾਗਸ਼ਾਲੀ ਹੈ, ਇਹ ਜਗਤ ਜੀਵਾਂ ਦੀ ਕਲਿਆਣ ਕਰੇਗਾ, ਇਹਦਾ ਨਾਮ ਚੱਲੇਗਾ। ਉਹ ਪੰਡਤ ਸੀ ਹਰਦਿਆਲ। ਹੁਣ ਪੰਡਤ ਹਰਦਿਆਲ ਦੇ ਕੋਲੇ ਹੁਣ ਉਲਾਂਭਾ ਲੈ ਕੇ ਪਿਤਾ ਕਲਿਆਣ ਦਾਸ ਪਹੁੰਚੇ ਹੈ। ਵੇਦ ਪੁਰਾਣ ਸਭੇ ਤੁਮ ਝੂਠੇ ਸੂਤੇ ਕਹੋ ਹੋਤ ਹੈ ਪੂਠੇ। ਸਤਿਗੁਰਾਂ ਦੇ ਪਿਤਾ ਜਾ ਕੇ ਪੰਡਤ ਹਰਦਿਆਲ ਨੂੰ ਕਹਿੰਦੇ ਉਹ ਪੰਡਤ ਜੀ ਆ ਤੇਰੇ ਜਿਹੜੇ ਵੇਦ ਪੁਰਾਣ ਹੈ ਨਾ ਇਹ ਸਾਰੇ ਝੂਠੇ ਹੈ। ਆ ਤੂੰ ਆਪਣੇ ਤਾਂ ਹੀ ਹੁਣ ਜਿਹੜੇ ਮੈਨੂੰ ਗੱਲਾਂ ਕਹੀਆਂ ਸੀ ਨਾ ਇਹ ਸਾਰੀਆਂ ਤੇਰੀਆਂ ਕਹੀਆਂ ਹੋਈਆਂ ਗੱਲਾਂ ਝੂਠੀਆਂ ਹੈ। ਕਿੰਦੋ ਨੇ ਤੁਮ ਤੇ ਜਾਤ ਵਿਚਾਰੇ ਕਿੰਦੋ ਹਰ ਕਹਿਤ ਭਾਜ ਉਚਾਰੇ। ਤੇ ਜਾਂ ਫਿਰ ਤੈਨੂੰ ਇਹ ਜਿਹੜੇ ਵੇਦ ਸ਼ਾਸਤਰ ਗ੍ਰੰਥ ਹੈ ਨਾ ਇਹਨਾਂ ਦਾ ਸਹੀ ਤੈਨੂੰ ਵਿਚਾਰ ਹੀ ਨਹੀਂ ਕਰਨਾ ਆਉਂਦਾ, ਤੈਨੂੰ ਇਹਨਾਂ ਨੂੰ ਪੜ੍ਹਨ ਦਾ ਹੀ ਗਿਆਨ ਨਹੀਂ ਹੈ, ਤੇ ਜਾਂ ਫਿਰ ਤੂੰ ਜਾਣ ਬੁੱਝ ਕੇ ਮੈਨੂੰ ਖੁਸ਼ ਕਰਨ ਵਾਸਤੇ ਝੂਠ ਤੂਫਾਨ ਬੋਲ ਦਿੱਤਾ
ਵੀ ਤੁਹਾਡਾ ਪੁੱਤਰ ਬਹੁਤ ਜ਼ਿਆਦਾ ਲਾਇਕ ਹੈ, ਇਹ ਬਹੁਤ ਜ਼ਿਆਦਾ ਦੀ ਗੱਲ ਚੱਲੇਗੀ, ਲੋਕ ਇਹਦੀ ਜੈ ਜੈਕਾਰ ਕਰਨਗੇ, ਇਹਦਾ ਨਾਮ ਚੱਲੇਗਾ। ਇਹ ਹੁਣ ਤੇਰੇ ਕਹਿਣ ਦੇ ਵਿੱਚ ਤੇ ਜਾਂ ਫਿਰ ਤੇਰੇ ਨਾਲ ਵੇਦਾਂ ਸ਼ਾਸਤਰਾਂ ਦੇ ਵਿੱਚ ਝੂਠ ਹੈ। ਹੁਣ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਗੱਲ ਤਾਂ ਤੂੰ ਅਵਸ਼ ਸੱਚ ਜਾਣਨੀ ਕਰ। ਭਲੇ ਛਤਰ ਕੇ ਦੀਨ ਵਡਾਈ, ਪੂਰਬ ਐਸ਼ਵਰ ਜਾਸ ਕਢਾਈ। ਤੂੰ ਚੰਗੀ ਮੈਨੂੰ ਹੁਣ ਛਤਰ ਚਲਾਉਣ ਦੀ ਵਡਿਆਈ ਦਿੱਤੀ ਸੀ। ਇਹ ਤਾਂ ਜਿਹੜੀ ਮੇਰੀ ਪਹਿਲਾਂ ਕੋਈ ਲੋਕਾਂ ਦੇ ਵਿੱਚ ਵਡਿਆਈ ਸੀ, ਮੇਰਾ ਜਸ ਸੀ, ਉਹਨੇ ਤਾਂ ਉਹ ਵੀ ਘਟਾ ਦਿੱਤਾ। ਤੂੰ ਤਾਂ ਕਹਿੰਦਾ ਸੀ ਮੈਂ ਤਾਂ ਕਲਿਆਣਦਾਸ ਤੇਰੇ ਪੁੱਤਰ ਕਰਕੇ ਤੇਰਾ ਬੜਾ ਨਾਂ ਹੋਏਗਾ, ਬੜਾ ਜਸ ਹੋਏਗਾ। ਪਰ ਇਹਨੇ ਤਾਂ ਜਿਹੜਾ ਕੋਈ ਮੇਰੀ 4 ਬੰਦਿਆਂ ਵਿੱਚ ਪਹਿਲੋਂ ਇੱਜ਼ਤ ਸੀ, ਇਹ ਤਾਂ ਉਹ ਵੀ ਮੇਰੀ ਰੋਲ ਛੱਡੀ ਹੈ। ਅਬ ਬੀਜਿਓ ਸਭ ਖੇਤ ਨਿਪਾਤੂ, ਪਸ਼ੂ ਚਰਾਵੈ ਨ ਕੀਨੀ ਤਰਾਤੂ। ਕਹਿਣ ਲੱਗੇ ਹੁਣ ਵਧੀਆ ਕਰਮ ਕੀਤਾ, ਬੜਾ ਸੋਹਣਾ ਖੇਤ ਬੀਜਿਆ। ਮੈਂ ਕਿਹਾ ਪਹਿਲੇ ਬੋਲ ਹੀ ਆਖੇ ਵੀ ਲੱਗ ਗਿਆ, ਖੇਤ ਬੀਜ ਵੀ ਦਿੱਤਾ, ਖੇਤ ਹਰਾ ਵੀ ਹੋ ਗਿਆ। ਪਰ ਕਹਿੰਦੇ ਪਤਾ ਨਹੀਂ ਕੀ ਆਇਆ ਖਿਆਲ, ਸਾਰਾ ਕਹਿੰਦੇ ਖਿਸ ਪਸ਼ੂ ਚਰਾਓ ਤਨੇ ਕੀਨੀ ਤਰਾਤੂ। ਕਹਿੰਦੇ ਰਤਾ ਜਿੰਨਾ ਵੀ ਪਸ਼ੂਆਂ ਨੂੰ ਮੋੜਿਆ ਨਹੀਂ ਹੋੜਿਆ ਨਹੀਂ, ਤੇ ਸਾਰਾ ਹੁਣ ਪਸ਼ੂਆਂ ਨੂੰ ਖੇਤ 'ਚ ਚਰਾ ਦਿੱਤਾ। ਜਬ ਕੋ ਜਨਮਿਓ ਇਨ ਸੁਧ ਲੀਨੀ, ਧਨ ਖੱਟਨ ਕੀ ਕ੍ਰਿਤ ਨ ਕੀਨੀ। ਜਿੱਦੇ ਦਾ ਮੇਰੇ ਘਰ ਇਹ ਮੇਰਾ ਪੁੱਤਰ ਜਨਮਿਆ ਨਾ, ਕਹਿਣ ਲੱਗੇ ਉਦੇ ਦੀ ਇਹਨੇ ਕੋਈ ਘਰ ਵਿੱਚ ਧਨ ਖੱਟਣ, ਹੁਣ ਕੋਈ ਕਮਾਈ ਦਾ ਸਾਧਨ ਨਹੀਂ ਇਹਨੇ ਕੀਤਾ। ਹੁਣ ਇਹਨੇ ਘਰ ਦਾ ਨੁਕਸਾਨ ਹੀ ਉਲਟਿਆ ਕੀਤਾ ਹੈ। ਹੋਇਓ ਸੰਚਿਓ ਪੂਰਬ ਮੇਰੋ, ਜਾਂ ਤੇ ਵਿਫਲ ਭਇਓ ਬਚ ਤੇਰੋ। ਇਹਨੇ ਤਾਂ ਮੇਰੀ ਵੀ ਕਮਾਈ ਜਿਹੜੀ ਪੂਰਬ ਦਾ ਪਹਿਲਾਂ ਮੈਂ ਜਿਹੜੀ ਕਮਾਈ ਕੀਤੀ ਸੀ ਨਾ, ਇਹਨੇ ਤਾਂ ਮੇਰੀ ਕਮਾਈ ਮੇਰਾ ਜੋੜਿਆ ਵੀ, ਹੁਣ ਜੋੜੇ ਹੋਏ ਪੈਸੇ ਦਾ ਵੀ ਇਹਨੇ ਨੁਕਸਾਨ ਕੀਤਾ। ਜਾਂ ਤੇ ਵਿਫਲ ਭਇਓ ਬਚ ਤੇਰੋ, ਤਾਂ ਤੇ ਤੇਰੇ ਜਿਹੜੇ ਬਚਨ ਹਨ ਨਾ ਵਿਫਲ ਦਾ ਭਾਵ ਹੈ ਵੀ ਬਿਨਾਂ ਫਲ ਤੋਂ, ਵੀ ਤੇਰੇ ਜਿਹੜੇ ਬਚਨ ਹੈ ਨਾ ਪੰਡਤ ਹਰਦਿਆਲ, ਉਹ ਸਾਰੇ ਝੂਠੇ ਹੈ। ਬੋਲਿਓ ਬਚਨ ਵਿਪਰ ਪਰ ਬੀਨਾ, ਜੈ ਮਨ ਸ਼੍ਰੀ ਨਾਨਕ ਜਸ ਲੀਨਾ। ਮਹਿਤਾ ਕਲਿਆਣਦਾਸ ਦੇ ਇਹ ਕ੍ਰੋਧ ਭਰੇ ਬਚਨ ਸੁਣ ਕੇ ਬੋਲਿਓ ਬਚਨ ਵਿਪਰ ਪਰਵੀਨਾ। ਵਿਪਰ ਕਹੀ ਉਹ ਪੰਡਤ ਹਰਦਿਆਲ ਜਿਹੜਾ ਪਰਵੀਨਾ ਸਿਆਣਾ ਹੈ, ਤੇ ਜਿਹਦੇ ਮਨ ਵਿੱਚ ਸਤਿਗੁਰਾਂ ਦੇ ਪ੍ਰਤੀ ਬਹੁਤ ਸਤਿਕਾਰ ਹੈ, ਕਿਉਂਕਿ ਉਹਨੂੰ ਸਤਿਗੁਰਾਂ ਦੇ ਚਰਨਾਂ ਦੀ ਸਾਰ ਹੈ, ਸਮਝ ਹੈ। ਸੁਨ ਕਾਲੂ ਤੂੰ ਮੂਲੋ ਭੂਲਾ, ਸੁਤ ਸੁਸ਼ੀਲ ਤੇ ਨਿਤ ਪ੍ਰਤਕੂਲਾ। ਉਹ ਕਹਿਣ ਲੱਗੇ ਕਲਿਆਣਦਾਸ ਜੀ ਤੁਸੀਂ ਸੁਣ ਨਾ ਕਰੋ, ਤੁਸੀਂ ਤਾਂ ਮੂਲੋਂ ਹੀ ਮੈਨੂੰ ਭੁੱਲੇ ਲੱਗਦੇ ਹੋ। ਤੁਹਾਡਾ ਪੁੱਤਰ ਤਾਂ ਦੇਖੋ ਕਿੰਨਾ ਸੁਸ਼ੀਲ ਹੈ, ਕਿੰਨੀ ਨਿਮਰਤਾ ਤੇ ਨਿਰਵਾਣਤਾ ਵਾਲਾ ਹੈ, ਕਿੱਡਾ ਲਾਇਕ ਪੁੱਤਰ ਹੈ, ਪਰ ਤੁਸੀਂ ਸਦਾ ਹੀ ਉਹਦੇ ਉਲਟ ਹੀ ਰਹੇ ਹੋ। ਬਾਰ ਬਾਰ ਮੈਂ ਤੁਝ ਸਮਝਾਇਓ, ਜਗਤ ਉਦਾਰਨ ਹਿਤ ਇਹ ਆਇਓ। ਮੈਂ ਤੁਹਾਨੂੰ ਕਿੰਨੇ ਵਾਰ ਸਮਝਾਇਆ ਕਿ ਤੁਹਾਡਾ ਪੁੱਤਰ ਹੀ ਉਹ ਨਹੀਂ ਹੈ ਇਕੱਲਾ, ਉਹ ਤੇ ਜਗਤ ਦੇ ਉਦਾਹਰਨ ਹਿਤ ਇੱਥੇ ਆਇਆ ਹੈ। ਉਹ ਤਾਂ ਜਗਤ ਜੀਵਾਂ ਦੀ ਕਲਿਆਣ ਕਰਨ ਦੇ ਲਈ ਇੱਥੇ ਹੁਣ ਉਹ ਤੁਹਾਡੇ ਘਰ ਪ੍ਰਗਟ ਹੋਇਆ ਹੈ। ਭਗਵਤ ਗੀਤਾ ਸਾਰ ਵਿਚਾਰਾ, ਕਰੈ ਪੜ੍ਹੇ ਬਿਨ ਸ਼ਬਦ ਉਚਾਰਾ। ਤੇ ਉਹਨੇ ਤਾਂ ਦੇਖੋ ਨਾ ਹੁਣ ਭਗਵਤ ਗੀਤਾ ਸਾਰ ਵਿਚਾਰਾ, ਉਹਨਾਂ ਨੇ ਤੁਹਾਨੂੰ ਹੁਣ ਸਬਦ ਸਲੋਕੀ ਗੀਤਾ ਦੇ ਅਰਥ ਕਿੰਨਾ ਸਮਾਂ ਪਹਿਲੇ ਸਮਝਾ ਦਿੱਤੇ ਸੀ। ਕਰੈ ਪਠੈ ਬਿਨ ਸ਼ਬਦ ਉਚਾਰਾ, ਉਹਨੇ ਬਿਨਾਂ ਪੜ੍ਹੇ ਹੀ ਹੁਣ ਸਾਰਾ ਉਹਦਾ ਜਿਹੜਾ ਸਾਰਤਾ ਸੀ, ਉਹਦਾ ਜਿਹੜਾ ਨਿਚੋੜ ਸੀ, ਉਹ ਤੁਹਾਡੇ ਤਾਂ ਹੀ ਹੁਣ ਬਤਲਾ ਦਿੱਤਾ ਸੀ, ਦਰਸਾ ਦਿੱਤਾ ਸੀ। ਜਿਨ ਮੋਕੋ ਸ਼ੁਭ ਦੀਨੋ ਗਿਆਨਾ, ਜੈ ਬਚ ਸੁਨ ਮਮ ਮਨ ਠਹਿਰਾਨਾ। ਜਿਨ੍ਹਾਂ ਨੇ ਹੁਣ ਮੈਨੂੰ ਵੀ ਸ਼ੁਭ ਗਿਆਨ ਸ੍ਰੇਸ਼ਟ ਗਿਆਨ ਬਖਸ਼ ਦਿੱਤਾ, ਜਿਹੇ ਬਚ ਸੁਨ ਮਮ ਮਨ ਠਹਿਰਾਨਾ। ਜਿਨ੍ਹਾਂ ਦੇ ਬਚਨ ਸੁਣਿਆ, ਕਿਹਨਾਂ ਦੇ ਬਚਨ, ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸੁਣ, ਵੀ ਮੇਰਾ ਵੀ ਜਿਹੜਾ ਮਨ ਸੀ ਉਹ ਰੁਕ ਗਿਆ, ਭਾਵ ਮੇਰਾ ਮਨ ਵੀ ਅਡੋਲ ਹੋ ਗਿਆ। ਲੋਕ ਉਦਾਰਨ ਕਰੈ ਅਨੇਕੂ, ਜਪੈ ਜਾਪ ਜੋ ਪਾਏ ਬਵੇਕੂ। ਇਹ ਤਾਂ ਅਨੇਕ ਲੋਕਾਂ ਦਾ, ਅਨੇਕ ਜੀਵਾਂ ਦਾ ਉਧਾਰ ਕਰਨਗੇ, ਜਪੈ ਜਾਪ ਜੋ ਪਾਏ ਬਵੇਕੂ। ਹੁਣ ਇਹ ਜਿਹੜੇ ਇਹਨਾਂ ਤੋਂ ਗਿਆਨ ਪ੍ਰਾਪਤ ਕਰਨਗੇ, ਉਹ ਆਪਣੇ ਤਾਈਂ ਉਹ ਪਰਮੇਸ਼ਰ ਦਾ ਜਾਪ ਜਪਿਆ ਕਰਨਗੇ। ਇਸ ਲਈ ਤੁਸੀਂ ਆਪਣੇ ਪੁੱਤਰ ਦੇ ਤਾਈਂ ਮਾੜਾ ਨਾ ਕਹਿਣਾ ਕਰੋ। ਮੁਝ ਕੋ ਦੀਸਤ ਬਿਸਨ ਸਮਾਨਾ,
ਕਲਾਵਾਨਾ ਸਭ ਸੁਭ ਗੁਣ ਹੁਣ ਖਾਨਾ। ਆਪਣੇ ਵੱਲੋਂ ਪੰਡਤ ਹਰਦਿਆਲ ਨੇ ਕਿਹਾ ਵੀ ਮੈਨੂੰ ਤੁਹਾਡਾ ਪੁੱਤਰ ਹੈ ਨਾ ਜਿਹੜਾ ਉਹ ਵਿਸ਼ਨੂੰ ਦੇ ਸਮਾਨ ਲੱਗਦਾ ਹੈ, ਉਹ ਤੋਂ ਵੀ ਸ੍ਰੇਸ਼ਟ ਭਾਸਦਾ ਹੈ। ਬਿਪਰ ਬਚਨ ਸੁਨ ਕਰ ਤਬ ਕਾਲੂ ਸਦਨ ਆਇਓ ਰੋਸ ਬਿਸਾਲੂ। ਤੇ ਉਹ ਤਾਂ ਸ਼ੁਭ ਗੁਣਾਂ ਦੀ ਖਾਣ ਤੁਸੀਂ ਚਾਨਣਾ ਕਰੋ। ਉਸ ਵੇਲੇ ਹੁਣ ਪਿਤਾ ਕਲਿਆਣ ਦਾਸ ਜੀ ਨੇ ਬ੍ਰਾਹਮਣ ਦੇ ਇਹਨਾਂ ਬਚਨਾਂ ਨੂੰ ਸੁਣਿਆ ਹੈ ਤੇ ਬੜੇ ਗੁੱਸੇ ਦੇ ਵਿੱਚ ਆਪਣੇ ਘਰ ਨੂੰ ਵਾਪਸ ਮੁੜ ਆਏ ਹੈ। ਹੁਣ ਪੰਡਤ ਨੇ ਤੇ ਸਮਝਾਉਣਾ ਕੀਤਾ ਹੈ, ਪਰ ਅਜੇ ਪਿਤਾ ਕਲਿਆਣ ਦਾਸ ਨੂੰ ਸਤਿਗੁਰਾਂ ਦੇ ਬਾਰੇ ਕੋਈ ਸਮਝ ਨਹੀਂ ਆਈ। ਅਜੇ ਕੋਈ ਉਹਨਾਂ ਦੇ ਤਾਈਂ ਉਸ ਦੈਵੀ ਜਿਹੜੀ ਸੂਝ ਹੈ ਜਿਹਦੇ ਬਾਰੇ ਪੰਡਤ ਹਰਦਿਆਲ ਕਈ ਵਾਰ ਦੱਸ ਚੁੱਕਿਆ ਹੈ, ਅਜੇ ਉਹਨਾਂ ਦਾ ਮਨ ਮੰਨਿਆ ਕੋਈ ਨਹੀਂ। ਤਹਿ ਪਾਛੇ ਸ੍ਰੀ ਗੁਰ ਜਗਤੇਸਾ ਰਹਿਤ ਉਦਾਸ ਦੁਰਾਏ ਬੇਸਾ। ਇਸ ਪ੍ਰਕਾਰ ਹੁਣ ਸਤਿਗੁਰ ਦੇਵ ਹੁਣ ਇੱਧਰ ਪਿਤਾ ਜੀ ਘਰ ਨੂੰ ਆਏ ਹੈ। ਜਗਤੇਸ਼ਾ ਜਗਤ ਦੇ ਜਿਹੜੇ ਈਸ਼ਵਰ ਨੇ ਭਾਵ ਸਤਿਗੁਰੂ ਦੇਵ ਜੀ ਹੁਣ ਉਦਾਸ ਰਹਿੰਦੇ ਹੈ, ਉਪਰਾਮ ਰਹਿੰਦੇ ਹੈ ਤੇ ਆਪਣੇ ਆਪ ਨੂੰ ਛੁਪਾਉਂਦੇ ਆ, ਆਪਣੇ ਆਪ ਨੂੰ ਲੁਕੋ ਕੇ ਰੱਖਦੇ ਹੈ। ਕੋ ਕਲਾਵਾਨ ਕਰ ਕਹੀ ਜੋ ਸਤ ਸੰਗੀ ਮਾਨਵ ਅਹੀ। ਕੋਈ ਵਿਰਲਾ ਹੀ ਸਤ ਸੰਗੀ ਜਨ ਹੈ ਜਿਹੜਾ ਸਤਿਗੁਰਾਂ ਨੂੰ ਕਲਾਵਾਨ ਤੇ ਉਹ ਸ਼ਕਤੀਆਂ ਦਾ ਮਾਲਕ ਜਾਣਦਾ ਹੈ। ਨਰਮਤ ਮੰਦ ਨ ਲਖ ਸੁਖ ਕੰਦਾ ਨ ਜਾਣੈ ਇਹ ਰੂਪ ਮੁਕੰਦਾ। ਹੁਣ ਜਿਹੜੇ ਮੰਦ ਬੁੱਧੀ ਵਾਲੇ ਮਨੁੱਖ ਹੈ ਹੁਣ ਉਹਨਾਂ ਵਿਚਾਰਿਆਂ ਨੂੰ ਕੀ ਪਤਾ ਵੀ ਇਹ ਤਾਂ ਸੁੱਖ ਕੰਦਾ, ਹੁਣ ਸੁੱਖਾਂ ਦੀ ਖਾਣ ਨੇ, ਇਹ ਤਾਂ ਸੁੱਖਾਂ ਦੇ ਘਰ ਨੇ। ਵਹਿਰ ਨਗਰ ਤੇ ਬਿਟਪ ਜੋ ਦੂਰਾ ਬਾਸੁਰ ਬੈਸੈ ਤਹਿ ਜਗ ਮੂਰਾ। ਜਗਤ ਦੀ ਜਿਹੜੀ ਹੁਣ ਮੂਰਾ ਕਹੀਏ ਹੁਣ ਮੂਲ ਨੇ ਜਿਹੜੇ ਜਗਤ ਦੇ ਮੂਲ ਸਤਿਗੁਰੂ ਦੇਵ ਹੁਣ ਇਹ ਨਗਰ ਤੋਂ ਬਾਹਰ ਬਿਟਪ ਕਹਿੰਦੇ ਇੱਕ ਬ੍ਰਿਛ ਦੇ ਨੀਚੇ ਬਾਸੁਰ ਕਹੀਏ ਦਿਨ ਦੇ ਸਮੇਂ ਬਿਰਾਜਦੇ ਹੈ। ਕਾਲ ਬਿਤਾਵੈ ਰਹਿਤ ਇਕਾਕੀ ਬੋਲਣ ਮਿਲਨ ਨ ਲੈ ਸੁਧ ਕਾਕੀ। ਹੁਣ ਸਤਿਗੁਰ ਦੇਵ ਆਪ ਇਕੱਲੇ ਹੀ ਹੁਣ ਰਹਿੰਦੇ ਹੈ, ਬੈਠਦੇ ਹੈ, ਸਮਾਂ ਆਪ ਦੀ ਚਾਲ ਚੱਲਦਾ ਜਾ ਰਿਹਾ ਹੈ ਤੇ ਹੁਣ ਬਹੁਤ ਘੱਟ ਹੀ ਸਤਿਗੁਰ ਦੇਵ ਹੁਣ ਬੋਲਦੇ ਹੈ ਤੇ ਹੁਣ ਉਹਨਾਂ ਦੀ ਸਾਰ ਵੀ ਕਿਸੇ ਨੂੰ ਹੈ। ਏਕ ਦਿਵਸ ਪਾਦ ਪਦਲ ਸੁੰਦਰ ਸਗਨ ਛਾਉ ਬੈਠੇ ਗੁਣ ਮੰਦਰ। ਇੱਕ ਦਿਨ ਦੀ ਗੱਲ ਹੈ ਕਿ ਸਤਿਗੁਰੂ ਦੇਵ ਮਹਾਰਾਜ ਹੁਣ ਗੁਣਾਂ ਦੇ ਜਿਹੜੇ ਮੁਜੱਸਮੇ ਨੇ ਬਿਰਛ ਦੇ ਹੁਣ ਸੁੰਦਰ ਜਿਹੜੇ ਛਾਂ ਹੈ, ਸੰਘਣੀ ਛਾਂ ਹੈ ਜਿਹੜੀ ਹੁਣ ਉਹਦੇ ਨੀਚੇ ਵਿਰਾਜ ਰਹੇ ਹੈ ਤੇ ਪੱਤਿਆਂ ਦੀ ਜਿਹੜੀ ਹੁਣ ਵਿਛਾਈ ਹੈ ਨੀਚੇ ਸਤਿਗੁਰਾਂ ਨੇ ਕੀਤੀ ਹੋਈ ਹੈ। ਜਬ ਦਿਨ ਕੋ ਜੁਗ ਜਾਮ ਬਿਤਾਏ ਦੁਖ ਮੋਚਨ ਲੋਚਨ ਅਲਸਾਏ। ਇਸ ਪ੍ਰਕਾਰ ਜਦੋਂ 2 ਪਹਿਰ ਦਿਨ ਦੇ ਬਤੀਤ ਹੋ ਗਏ ਨਾ ਤੇ ਦੁੱਖ ਨਾਸ਼ਕ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਹੁਣ ਆਪਣੇ ਤਾਈਂ ਹੁਣ ਨੇਤਰ ਅਲਸਾਏ, ਹੁਣ ਆਪਣੇ ਤਾਈਂ ਹੁਣ ਥੋੜ੍ਹਾ ਜਿਹਾ ਹੁਣ ਸੁਸਤੀ ਦੇ ਵਿੱਚ ਹੋਏ ਹੈ। ਸੁੰਦਰ ਬਸਤਰ ਵਿਛਾਏ ਵਿਛੌਨਾ ਪੌਂਡੇ ਪੁਨ ਅਨਕ ਪਾਵੋਨਾ। ਤੇ ਸਤਿਗੁਰ ਦੇਵ ਜੀ ਹੁਣ ਆਪਣੇ ਤਾਈਂ ਉਹ ਪੱਤਿਆਂ ਦੇ ਉੱਪਰ ਹੁਣ ਵਿਛਾਉਣਾ ਵਿਛਾ ਕੇ ਨਾ ਤੇ ਥੋੜ੍ਹਾ ਸਮਾਂ ਹੁਣ ਆਰਾਮ ਦੇ ਵਿੱਚ ਹੋ ਜਾਂਦੇ ਆ, ਵਿਸ਼ਰਾਮ ਦੀ ਅਵਸਥਾ ਵਿੱਚ ਚਲੇ ਜਾਂਦੇ ਹੈ। ਦੋਏ ਮਹੂਰਤ ਜਬੈ ਬਿਤਾਵਾ ਚੱਲ ਬੁਲਾਰਤ ਹੈ ਮਾਰਗ ਆਵਾ। ਬਸ 2 ਮਹੂਰਤ ਦਾ ਭਾਵ ਵੀ 2-4 ਘੜੀਆਂ ਜੇ ਸਮਾਂ ਬਤੀਤ ਹੋਇਆ ਸੀ। ਬਸ ਉਸੇ ਵੇਲੇ ਹੀ ਰਾਏ ਬੁਲਾਰ ਜਿਹੜਾ ਨਗਰ ਰਾਏ ਭੋਏ ਕੀ ਤਲਵੰਡੀ ਦਾ ਚੌਧਰੀ ਹੈ ਉਹਨੇ ਵੀ ਉਸੇ ਰਸਤੇ ਹੁਣ ਆਉਣਾ ਕੀਤਾ ਹੈ। ਭੇਖ ਅਚੰਭੋ ਮਨ ਬਿਸਮਾਨਾ ਸੋਰ ਬਹੀਨ ਭਇਓ ਠਹਿਰਾਨਾ। ਵੇਖ ਕੇ ਨਾ ਅਚੰਭਤ ਹੋ ਗਿਆ, ਬਿਸਮਾਦਤ ਹੋ ਗਿਆ। ਹੁਣ ਕੀ ਵੇਖਿਆ? ਸੋਰ ਬਹੀਨ ਭਇਓ ਠਹਿਰਾਨਾ। ਉਹਨੇ ਕੋਈ ਖੜਾਕ ਨਹੀਂ ਕੀਤਾ, ਹੁਣ ਘੋੜੇ 'ਤੇ ਸੀ, ਨਾਲ ਉਹਦਾ ਲਾਮ ਲਸ਼ਕਰ ਵੀ ਸੀ। ਬਸ ਉਹ ਬਿਨਾਂ ਖੜਾਕ ਤੋਂ ਸਾਵਧਾਨ ਹੋ ਗਿਆ। ਉਸਨੇ ਹੁਣ ਕੀ ਐਸਾ ਦ੍ਰਿਸ਼ ਆਪਣੀਆਂ ਅੱਖਾਂ ਨਾਲ ਵੇਖਿਆ ਹੈ। ਨਿਜ ਸੰਗੀ ਸੋ ਬਚਨ ਅਲਾਵਾ ਦੇਖੋ ਅਚਰਜ ਇਹੋ ਸੁਹਾਵਾ। ਤੇ ਆਪਣੇ ਜਿਹੜੇ ਨਾਲ ਦੇ ਹੁਣ ਉਹਦੇ ਅਹਿਲਕਾਰ ਸੀ, ਨੌਕਰ ਚਾਕਰ, ਉਹਨਾਂ ਨਾਲ ਕਹਿਣ ਲੱਗਾ ਦੇਖੋ ਕਹਿੰਦੇ ਅਚਰਜ ਇਹੋ ਸੁਹਾਵਾ। ਕਹਿੰਦੇ ਉਹ ਦੇਖੋ ਸਾਹਮਣੇ ਕੀ ਕਹਿੰਦੇ ਅਚਰਜ ਕੌਤਕ ਵਰਤ ਰਿਹਾ ਹੈ। ਸੁੰਦਰ ਸੁਖ ਮੰਦਰ ਸੁਤ ਕਾਲੂ
ਸੋਇਓ ਅਜ਼ਮਤ ਜਾਸ ਵਿਸਾਲੋ। ਦੇਖੋ ਕਹਿੰਦੇ ਹੁਣ ਸੁੱਖਾਂ ਦਾ ਘਰ ਜਿਹੜਾ ਸੋਹਣਾ ਹੁਣ ਮਹਿਤਾ ਕਲਿਆਣ ਦਾਸ ਜੀ ਦਾ ਪੁੱਤਰ ਹੈ, ਕਿੱਡਾ ਵੱਡਾ ਹੁਣ ਜਿਹਦਾ ਪ੍ਰਤਾਪ ਹੈ। ਟਰਗਾ ਸਭ ਪਾਦਪ ਪਰਛਾਵਾਂ, ਨਹੀਂ ਟਰਿਓ ਜਹ ਇਨ ਸੁਖ ਪਾਵਾ। ਧਰ ਗਾ ਕਹਿੰਦੇ ਵੇਖੋ ਸਾਰੇ ਹੁਣ ਪਾਦਪ ਕਹੀਏ ਪਾਉ ਬਿਰਛਾਂ ਦਾ ਕਹਿੰਦੇ ਹੁਣ ਪਰਛਾਵਾਂ ਢਲ ਗਿਆ, ਨਹੀਂ ਢਲਿਓ ਜਹ ਇਨ ਸੁਖ ਪਾਵਾ। ਕਹਿੰਦੇ ਆਹ ਵੇਖੋ ਸਾਹਮਣੇ ਪਰਛਾਵਾਂ, ਇਹ ਰੁੱਖ ਦਾ ਨਹੀਂ ਢਲਿਆ, ਕਿਉਂਕਿ ਇਸ ਬਿਰਛ ਦੇ ਨੀਚੇ ਮਹਿਤਾ ਕਲਿਆਣ ਦਾਸ ਜੀ ਦੇ ਹੁਣ ਜਿਹੜੇ ਸ਼੍ਰੇਸ਼ਟ ਪੁੱਤਰ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ, ਉਹ ਵਿਰਾਜ ਰਹੇ ਹੈ। ਨਿਸ਼ਚੈ ਕਲਾਵਾਨ ਅਵਤਾਰਾ, ਰਹਿਤ ਦੁਰਾਏ ਆਪਨੋ ਪਉਸਾਰਾ। ਹਾਂ ਕਹਿੰਦੇ ਨਿਸ਼ਚਿਤ ਹੀ ਤੁਸੀਂ ਇਹਨਾਂ ਨੂੰ ਕਲਾਵਾਨ ਪਰਮੇਸ਼ਰ ਦਾ ਸਰੂਪ ਅਵਤਾਰ ਜਾਣਨਾ ਕਰੋ। ਇਹ ਆਪਣੇ ਆਪ ਨੂੰ ਸਾਰੀ ਅਸਲੀਅਤ ਨੂੰ ਹੁਣ ਲੁਕਾ ਕੇ ਰੱਖਦਾ ਹੈ। ਹੁਣ ਦੇਖੋ ਆਪਣੇ ਆਪ ਨੂੰ ਪ੍ਰਗਟ ਵੀ ਨਹੀਂ ਕਰ ਰਹੇ ਤੇ ਪਰ ਹੈ ਇਹ ਪ੍ਰਤੱਖ ਪਰਮੇਸ਼ਰ ਦਾ ਹੀ ਸਵਰੂਪ। ਪਾਵਕ ਬੀਚ ਭਸਮ ਕੇ ਜੈਸੇ, ਤੇਜ ਨ ਲਖਿਓ ਭਰਤ ਹੈ ਕੈਸੇ। ਹਾਂ ਬੜੇ ਹੁਣ ਇੱਥੇ ਸੋਹਣੀ ਉਦਾਹਰਣ ਕਵੀ ਸੰਤੋਖ ਸਿੰਘ ਅੰਗਤ ਕਰ ਰਹੇ ਹੈ ਤੇ ਭਾਈ ਬਾਲਾ ਜੀ ਹੁਣ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਤੇ ਖਡੂਰ ਸਾਹਿਬ ਇਹ ਸਾਰੀ ਹੁਣ ਕਥਾ ਨੂੰ ਸੁਣਾ ਰਹੇ ਹੈ। ਪੈੜਾ ਮੋਖਾ ਜੀ ਇਹ ਸਾਰੇ ਬਚਨਾਂ ਨੂੰ ਲਿਖ ਰਹੇ ਹੈ ਤੇ ਕਵੀ ਜੀ ਲਿਖ ਰਹੇ ਹੈ ਪਾਵਕ ਬੀਚ ਭਸਮ ਕੇ ਜੈਸੇ। ਹੁਣ ਪਾਵਕ ਨਾਮ ਹੈ ਸਵਾਹ ਦਾ, ਪਾਵਕ ਨਾਮ ਹੈ ਅੱਗ ਦਾ। ਹੁਣ ਭਸਮ ਕਹਿੰਦੇ ਸਵਾਹ ਨੂੰ, ਜਿਵੇਂ ਸਵਾਹ ਦੇ ਵਿੱਚ ਅੱਗ ਛੁਪੀ ਹੁੰਦੀ ਹੈ ਨਾ, ਪਰ ਉਹਦਾ ਜਿਹੜਾ ਤੇਜ ਹੈ ਉਹਨੂੰ ਹੁਣ ਕੋਈ ਲੱਖ ਨਹੀਂ ਸਕਦਾ ਛੇਤੀ ਕਿਤੇ। ਹੁਣ ਉਹ ਕੋਈ ਵਿਰਲਾ ਹੀ ਹੈ ਜਿਹਨੂੰ ਕੋਈ ਸਮਝ ਹੁੰਦੀ ਹੈ, ਨਹੀਂ ਤੇ ਆਪਾਂ ਆਮ ਕਰ ਕਹਿੰਦੇ ਵੀ ਤਾਂ ਸਵਾਹ ਹੋ ਗਿਆ ਸਾਰਾ ਕੁਝ ਸੁੱਟ ਦਿਓ, ਪਰ ਮਾਈਆਂ ਨੂੰ ਪਤਾ ਹੁੰਦਾ ਥੋੜ੍ਹਾ, ਉਹ ਸਵਾਹ ਦੇ ਵਿੱਚ ਵੀ ਡੱਕੇ ਡੌਲੇ ਸੁੱਟ ਦਿੰਦੀਆਂ ਤੇ ਉਹ ਅੱਗ ਹੌਲੀ ਹੌਲੀ ਉਹਦੇ ਵਿੱਚ ਧੁੱਖ ਜਾਂਦੀ ਹੈ। ਪਰ ਜੇ ਲਖਣ ਹਾਰ ਹੋਏ ਕੋ, ਤੈ ਨਿਕਾਸ ਸੀਤੈ ਖਵੈ ਸੋ। ਹਾਂ ਪਰ ਕਹਿੰਦੇ ਜੇ ਕੋਈ ਜਾਣਨਹਾਰ ਹੋਵੇ ਨਾ, ਲਖਣਹਾਰ ਦਾ ਭਾਵ ਕੋਈ ਜਾਣਨ ਵਾਲਾ ਹੋਵੇ ਨਾ, ਤੇ ਕਹਿੰਦੇ ਉਹ ਜਾਣ ਲੈਂਦਾ ਸਵਾਹ ਵਿੱਚੋਂ ਵੀ ਅੱਗ ਨੂੰ, ਤੇ ਫਿਰ ਉਹ ਤਹਿ ਨਿਕਾਸ ਸੀਤੈ ਖਵੈ ਸੋ। ਉਹ ਫਿਰ ਆਪਣੇ ਤਾਂ ਸੀਤ ਕਹਿੰਦੇ ਆ ਠੰਡ ਨੂੰ ਦੂਰ ਕਰ ਲੈਂਦਾ। ਕਿਸੇ ਨੂੰ ਸਮਝ ਹੋਵੇ ਨਾ ਸਵਾਹ ਵਿੱਚੋਂ ਅੱਗ ਪ੍ਰਗਟ ਕਰਨ ਦੀ, ਤੇ ਉਹ ਅੱਗ ਨੂੰ ਪ੍ਰਗਟ ਕਰਕੇ ਆਪਣੇ ਠੰਡੇ ਹੋਏ ਸਰੀਰ ਨੂੰ ਹੁਣ ਅੱਗ ਦਾ ਅੱਗ ਦਾ ਤਾ ਦੇ ਕੇ ਬੰਦਾ ਨਿੱਘਾ ਕਰ ਲੈਂਦਾ ਹੈ। ਤਿਉ ਇਸ ਕੀ ਸੇਵਾ ਜੋ ਕਰੀ, ਜਨਮ ਮਰਨ ਤਹਿ ਕਿਉ ਨ ਟਰੀ। ਹਾਂ ਇਸੇ ਪ੍ਰਕਾਰ ਹੀ ਹੁਣ ਰਾਏ ਬਲਾਰ ਜੀ ਕਹਿ ਰਹੇ ਆਪਣੇ ਸੰਗੀਆਂ ਤਾਈਂ, ਕਹਿੰਦੇ ਇਸੇ ਤਰ੍ਹਾਂ ਹੀ ਜਿਹੜੇ ਕੋਈ ਇਹਨਾਂ ਦੀ ਹੁਣ ਭਾਵ ਸਤਿਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਕਰਨਗੇ, ਇਹਨਾਂ ਦੇ ਬਚਨਾਂ ਨੂੰ ਕਮਾਉਣਗੇ ਮੰਨਣਗੇ, ਤੇ ਉਹਨਾਂ ਦਾ ਅਵਸ਼ ਜਨਮ ਮਰਨ ਕੱਟਿਆ ਜਾਵੇਗਾ। ਆਗੇ ਬਿਦ ਇੱਕ ਅਚਰਜ ਦੇਖੀ, ਸਰਪ ਛਾਉ ਕੈ ਪ੍ਰੀਤ ਵਸੇਖੀ। ਤੇ ਅੱਗੇ ਵੀ ਤਾਂ ਆਪਾਂ ਪਿਛੇ ਥੋੜੇ ਦਿਨ ਪਹਿਲੇ ਤੇ ਇੱਕ ਅਚਰਜ ਹੁਣ ਅਚੰਭੇ ਵਾਲੀ ਘਟਨਾ ਵੇਖੀ ਸੀ ਨਾ, ਵੀ ਜਿਹਦੇ ਬਾੜਕਾਰੀ ਸੱਪ ਨੇ ਬੜੇ ਪ੍ਰੇਮ ਸਹਿਤ ਇਹਨਾਂ ਨੂੰ ਛਾਂ ਕਰ ਰੱਖੀ ਸੀ। ਅਸਥਿਰ ਰਹੀ ਤਰੋਵਰ ਛਾਇਆ, ਅਚਰਜ ਹੀ ਜੁਗ ਬਾਰ ਲਖਾਇਆ। ਕਹਿਣ ਲੱਗਾ ਹੁਣ ਵੇਖੋ ਕਿਵੇਂ ਬਿਰਛ ਦੀ ਛਾਂ ਇੱਕ ਥਾਂ ਤੇ ਰੁਕੀ ਹੋਈ ਹੈ। ਇਹ ਤਾਂ ਇਹਨਾਂ ਨੇ ਹੁਣ ਸਾਨੂੰ ਹੁਣ ਦੂਜਾ ਹੁਣ ਕੌਤਕ ਦਿਖਾ ਦਿੱਤਾ ਹੈ। ਅਸ ਕਹਿ ਬੰਦੇ ਦੋਨੋਂ ਹਾਥਾ, ਬੰਧਨ ਕਹਿ ਤਰ ਮਾਥਾ। ਹੁਣ ਇਹ ਆਪਣੇ ਨਾਲਦਿਆਂ ਨੂੰ ਗੱਲ ਕਹਿ ਕੇ ਅਸ ਕਹਿ ਬੰਦੇ, ਹੁਣ ਆਪਣੇ ਹੁਣ ਉਹਨੇ ਹੱਥ ਬੰਧਨਾ ਕੀਤੇ ਦੋਨੇ, ਬੰਧਨ ਕੀਓ ਹੁਣ ਬੰਧਨਾ ਕੀਤੀ ਹੈ ਧਰ ਮਾਥਾ। ਹੁਣ ਮੱਥਾ ਸਤਿਗੁਰਾਂ ਨੂੰ ਟੇਕਣਾ ਕੀਤਾ, ਭਾਵ ਸਤਿਕਾਰ ਪ੍ਰਗਟਾਇਆ ਹੈ। ਹਟਿਓ ਦੂਰ ਤੇ ਸ਼ਰਦਾ ਧਾਰੀ, ਗਮਨਿਓ ਨਗਰ ਬੋਤ ਰਤ ਭਾਰੀ। ਹਾਂ ਤੇ ਆਪਣੇ ਤਾਂ ਹਟਿਓ ਦੂਰ ਤੇ ਸ਼ਰਧਾ ਧਾਰੀ, ਹੁਣ ਦੂਰ ਹਟ ਗਿਆ ਹੈ, ਹੁਣ ਆਪਣੇ ਘਰ ਨੂੰ ਹੁਣ ਨਗਰ ਨੂੰ ਚਲਾ ਗਿਆ, ਪਰ ਚਿੱਤ ਵਿੱਚ ਜਿਹੜੀ ਸ਼ਰਧਾ ਹੈ ਉਹ ਹੋਰ ਉਹਦਾ ਹੜ ਆ ਗਿਆ, ਹੋਰ ਸਤਿਗੁਰਾਂ ਦੇ ਪ੍ਰਤੀ ਜਿਹੜਾ ਸਤਿਕਾਰ ਹੈ ਚਿੱਤ ਵਿੱਚ ਪਣਪਿਆ ਹੈ। ਸ਼ੁਭ ਬਿਦ ਕਰਤ ਸੰਕਲਪ ਵਿਕਲਪਾ, ਦਿਨ ਪ੍ਰਤ ਜੈ ਕੋ ਹੋਏ ਭ੍ਰਮ ਅਲਪਾ। ਤੇ ਹੁਣ ਆਪਣੇ ਚਿੱਤ ਵਿੱਚ ਹੁਣ ਰੋਜ਼ ਸਤਿਗੁਰਾਂ ਦੇ ਪ੍ਰਤੀ ਸਤਿਕਾਰ ਲਿਆਉਂਦਾ ਹੈ, ਸ਼ੁਭ ਵਿਚਾਰਾਂ ਲਿਆਉਂਦਾ, ਸੰਕਲਪ ਤੇ ਵਿਕਲਪ ਲਿਆਉਂਦਾ ਦਿਨ ਪ੍ਰਤ। ਜੇ ਕੋ ਹੋਏ ਭਰਮ ਅਲਪਾ, ਅਲਪਾ ਦਾ ਭਾਵ ਘਟਦਾ ਹੈ। ਹੁਣ ਜਿਨ੍ਹਾਂ ਸਤਿਗੁਰਾਂ ਦਾ
ਉਪਦੇਸ਼ ਕੀਤਿਆਂ, ਜਿਨ੍ਹਾਂ ਸਤਿਗੁਰਾਂ ਦਾ ਚਿੱਤ ਵਿੱਚ ਧਿਆਨ ਕੀਤਿਆਂ ਹੁਣ ਸਾਡੇ ਜੀਵਾਂ ਦਾ ਵੀ ਭਰਮ ਨਾਸ਼ ਹੁੰਦਾ ਹੈ। ਹੁਣ ਐਸੇ ਸਤਿਗੁਰਾਂ ਦੇ ਚਰਨਾਂ ਕਮਲਾਂ ਦਾ ਧਿਆਨ ਨਿਤ ਪ੍ਰਤ ਰਾਏ ਬੁਲਾਰ ਕਰਦਾ ਹੈ। ਸਦਨ ਜਾਏ ਬੈਸਿਓ ਹਰ ਖਾਈ, ਕਾਲੂ ਗਾ ਤਬ ਸਹਿਜ ਸੁਭਾਈ। ਹੁਣ ਆਪਣੇ ਘਰ ਜਾ ਕੇ ਬੈਠੇ ਹੀ ਹੈ, ਜੇ ਰਾਏ ਬੁਲਾਰੇ ਸਾਰੇ ਕੌਤਕ ਨੂੰ ਅਜੇ ਦੇਖ ਕੇ ਨਾ ਰਸਤੇ 'ਚੋਂ ਘਰੇ ਪਹੁੰਚੇ ਹੀ ਹੈ। ਇਤਨੇ ਨੂੰ ਸਹਿਜ ਸੁਭਾ ਸਤਿਗੁਰਾਂ ਦੇ ਪਿਤਾ ਮਹਿਤਾ ਕਲਿਆਣ ਦਾਸ ਜੀ ਰਾਏ ਬੁਲਾਰ ਦੇ ਕੋਲ ਆਣ ਅਪੜੇ ਹੈ। ਸਾਦਰ ਤੈ ਸੁਭ ਠੌਰ ਬਿਠਾਇਓ, ਬਹੁਰ ਪ੍ਰੇਮ ਸੋ ਬਚਨ ਸੁਨਾਇਓ। ਆਹ ਤੇ ਬੜੇ ਪ੍ਰੇਮ ਦੇ ਨਾਲ ਹੁਣ ਸੋਹਣੀ ਥਾਂ ਤੇ ਮਹਿਤਾ ਕਲਿਆਣ ਦਾਸ ਨੂੰ ਬਿਠਾਉਣਾ ਕੀਤਾ ਰਾਏ ਬੁਲਾਰ ਨੇ, ਕਿਉਂਕਿ ਰਾਏ ਬੁਲਾਰ ਜੀ ਦੇ ਨੌਕਰ ਹੈ ਵੈਸੇ ਤੇ ਮਹਿਤਾ ਕਲਿਆਣ ਦਾਸ ਜੀ, ਪਰ ਉਹਨਾਂ ਨੂੰ ਹੁਣ ਸਤਿਗੁਰਾਂ ਦੇ ਪਿਤਾ ਜਾਣ ਕੇ ਉਹਨੇ ਬਹੁਤਾ ਸਤਿਕਾਰ ਦਿੱਤਾ ਹੈ ਤੇ ਬੜੇ ਸਤਿਕਾਰ ਸਹਿਤ ਨਾ ਹੁਣ ਸੋਹਣੀ ਜਗ੍ਹਾ ਤੇ ਬਿਠਾਇਆ ਤੇ ਬੜੇ ਪ੍ਰੇਮ ਦੇ ਸਹਿਤ ਹੁਣ ਬਚਨ ਵਿਚਾਰ ਆਰੰਭੇ ਹੈ। ਪੂਰ ਭਾਗ ਕੋ ਪਾਂਜਨ ਕਾਲੂ, ਅਸ ਸੁਤ ਜਨਮੈ ਭਇਓ ਨਿਹਾਲੂ। ਹਾਂ, ਕਹਿਣ ਲੱਗੇ ਵੀ ਕਾਲ ਮਹਿਤਾ ਜੀ ਤੁਸੀਂ ਤੇ ਬਹੁਤ ਨਿਹਾਲ ਹੋ, ਤੁਹਾਡੇ ਤੇ ਪੂਰਬ ਦੇ ਚੰਗੇ ਕਰਮ ਹੈ ਤੇ ਜਿਹਦੇ ਕਰਕੇ ਹੁਣ ਤੁਹਾਡੇ ਘਰੇ ਹੁਣ ਸ੍ਰੇਸ਼ਟ ਹੁਣ ਪੁੱਤਰ ਨੇ ਹੁਣ ਜਨਮ ਲੈਣਾ ਕੀਤਾ ਹੈ। ਤਦ ਪੈ ਸੁਭਾਵ ਤੁਮਾਰ ਕਠੋਰਾ, ਕੋਰਾ ਕਬ ਨ ਬੋਲਿਓ ਥੋਰਾ। ਹਾਂ, ਪਰ ਤਦਪ ਕਹਿੰਦੇ ਫਿਰ ਵੀ ਤੁਹਾਡਾ ਜਿਹੜਾ ਸੁਭਾਅ ਹੈ ਨਾ ਆਪਣੇ ਪੁੱਤਰ ਦੇ ਪ੍ਰਤੀ ਬਹੁਤ ਕਠੋਰ ਹੈ, ਸਖਤ ਹੈ ਤੇ ਕੌੜਾ ਕਬ ਨਾ ਬੋਲਿਓ ਥੋੜਾ। ਤੇ ਤੁਸੀਂ ਕਿਹੜਾ ਦੇਣਾ ਵੀ ਜਿੱਦੇ ਉਹਨਾਂ ਨੂੰ ਕਿਤੇ ਥੋੜਾ ਕੌੜਾ ਨਾ ਬੋਲੇ ਹੋ, ਭਾਵ ਤੁਸੀਂ ਸਦਾ ਹੀ ਆਪਣੇ ਪੁੱਤਰ ਦੇ ਪ੍ਰਤੀ ਕਠੋਰ ਸੁਭਾਅ ਹੀ ਰੱਖਿਆ। ਤੁਸੀਂ ਆਪਣੇ ਪੁੱਤਰ ਦੇ ਪ੍ਰਤੀ ਕਿਤੇ ਵੀ ਚਿੱਤ ਵਿੱਚ ਕੋਈ ਪ੍ਰੇਮ ਪਿਆਰ ਨਹੀਂ ਲਿਆਉਣਾ ਕੀਤਾ। ਤਹ ਸਦਕਾ ਕਰ ਇਹ ਮਮ ਨਗਰੀ, ਪਾਵਨ ਹੋਤ ਬਸਤ ਸੁਖ ਸਗਰੀ। ਆ ਕਹਿਣ ਲੱਗੇ ਮਹਿਤਾ ਜੀ ਤੁਹਾਨੂੰ ਨਹੀਂ ਪਤਾ, ਆ ਤੁਹਾਡੇ ਪੁੱਤਰ ਦੀ ਕਿਰਪਾ ਕਰਕੇ ਆ ਮੇਰੀ ਜਿਹੜੀ ਨਗਰੀ ਹੈ ਨਾ ਇਹ ਬੜੀ ਪਵਿੱਤਰ ਹੋ ਰਹੀ ਹੈ ਤੇ ਬੜੇ ਸੁਖ ਦੇ ਸਹਿਤ ਇਹ ਵਸ ਰਹੀ ਹੈ। ਭੂਲ ਨ ਕੀਜੈ ਕਬਹਿ ਅਨਾਦਰ, ਅਸਨ ਬਸਨ ਦੀਜੈ ਸੁਖ ਸਾਦਰ। ਹਾਂ, ਤਾਂ ਤੇ ਤੁਸੀਂ ਭੁੱਲ ਕੇ ਵੀ ਆਪਣੇ ਪੁੱਤਰ ਦਾ ਜਿਹਦੀ ਕਿਰਪਾ ਕਰਕੇ ਮੇਰੀ ਨਗਰੀ ਆਬਾਦ ਹੈ ਉਹਦਾ ਅਨਾਦਰ ਨਾ ਕਰੋ, ਉਹਦਾ ਤਿਰਸਕਾਰ ਉਹਦਾ ਅਪਮਾਨ ਨਾ ਕਰੋ ਤੇ ਉਹਨਾਂ ਦੇ ਤਾਈਂ ਆਸਨ ਬਸਨ ਉਹਨਾਂ ਨੂੰ ਭੋਜਨ ਵੀ ਸੋਹਣੇ ਦਿਓ ਤੇ ਉਹਨਾਂ ਨੂੰ ਹੁਣ ਸੋਹਣੇ ਬਸਤਰ ਵੀ ਦਿਓ ਤੇ ਉਹਨਾਂ ਨੂੰ ਕੋਈ ਮਾੜਾ ਸ਼ਬਦ ਆਪਣੀ ਰਸਨਾ ਤੋਂ ਨਾ ਬੋਲੋ। ਜਾਮਾ ਮੋਹ ਤੁਰਕ ਕੋ ਆਹੀ, ਭੋਜਨ ਬਣਨ ਮਮ ਘਰ ਮਾਹੀ। ਆ ਕਹਿਣ ਲੱਗੇ ਮੇਰਾ ਤਾਂ ਜਾਮਾ ਹੀ ਹੁਣ ਮੇਰਾ ਤਾਂ ਜਾਮਾ ਤੇ ਜਨਮ ਹੀ ਤੁਰਕਾਂ ਦੇ ਕਰਦਾ, ਨਹੀਂ ਤਾਂ ਮੈਂ ਹੁਣ ਉਹਨਾਂ ਨੂੰ ਆਪਣੇ ਘਰ ਹੀ ਰੱਖ ਕੇ ਉਹਨਾਂ ਦਾ ਭੋਜਨ ਪਾਣੀ ਦੇ ਨਾਲ ਸੇਵਾ ਕਰਾਂ, ਹੁਣ ਉਹਨਾਂ ਦੇ ਚਰਨਾਂ ਦਾ ਨਿੱਘ ਮਾਣਾ। ਨਦ ਰਾਖੋ ਸਾਦਰ ਨਿਜ ਸਦਮਾ, ਸਫਲ ਜਨਮ ਸੇਵੇ ਪਦ ਪਦਮਾ। ਹਾਂ, ਹੁਣ ਉਹਨਾਂ ਦੇ ਜਿਹੜੇ ਸ੍ਰੇਸ਼ਟ ਪਦ ਪਦਮਾ ਜਿਹੜੇ ਸ੍ਰੇਸ਼ਟ ਹੈ ਨਾ ਚਰਨ ਕਮਲ, ਹੁਣ ਉਹਨਾਂ ਨੂੰ ਸੇਵਾ ਉਹਨਾਂ ਨੂੰ ਮੈਂ ਸਿਮਰਾਂ ਤੇ ਆਪਣੇ ਜਨਮ ਦਾ ਮੈਂ ਹੁਣ ਭਲਾ ਕਰ ਲੈਣਾ ਕਰਾਂ। ਪਰ ਕਹਿਣ ਲੱਗੇ ਹੁਣ ਮੈਨੂੰ ਜਿਹੜੀ ਸੰਸਾਰਕ ਲੌਕਿਕ ਰੀਤ ਹੈ ਨਾ ਹੁਣ ਉਹਦਾ ਬੰਧਨ ਹੈ ਤੇ ਨਹੀਂ ਤੇ ਮੈਂ ਹੁਣ ਤੁਹਾਡੇ ਪੁੱਤਰ ਨੂੰ ਨਾ ਹੁਣ ਪਰਮੇਸ਼ਰ ਤੋਂ ਆਪਣੇ ਘਰ ਰੱਖ, ਆਪਣੇ ਜੀਵਨ ਦੀ ਕਲਿਆਣ ਕਰ, ਉਹਨਾਂ ਦੀ ਸੇਵਾ ਕਰ ਲੈਣਾ ਕਰਾਂ। ਪੋਸ ਇਸ ਸੁੰਦਰ ਦਿਓ ਬਨਵਾਈ, ਲੈ ਜਾਵੋ ਕਾਲੂ ਪਹਿਰਾਈ। ਹਾਂ, ਹੁਣ ਮਹਿਤਾ ਜੀ ਤੁਹਾਨੂੰ ਮੈਂ ਸੁੰਦਰ ਪੌਸ਼ਿਸ਼ ਕਹਿੰਦੇ ਪੋਸ਼ਾਕ ਨੂੰ ਬਣਵਾ ਕੇ ਦਿੰਦਾ ਤੇ ਤੁਸੀਂ ਜਾ ਕੇ ਉਹਨਾਂ ਨੂੰ ਮੇਰੇ ਵਾਂਗੂ ਪਹਿਨਾ ਦੇਣਾ ਕਰੋ। ਜੋ ਆਵੈ ਤਿਨ ਕਾਜ ਪਦਾਰਥ, ਸੋ ਮੈਂ ਗਨਿਓ ਭਇਓ ਸਕਾਰਥ। ਆ ਤੇ ਹੋਰ ਉਹਨਾਂ ਦੀ ਪਾਲਣਾ ਵਾਸਤੇ ਹੁਣ ਜੋ ਵੀ ਤੁਹਾਨੂੰ ਕੋਈ ਖਰਚ ਚਾਹੀਦਾ ਹੈ ਨਾ ਉਹ ਇੱਥੋਂ ਲੈ ਜਾਵੋ ਤੇ ਮੈਂ ਸਮਝਾਂਗਾ ਕਿ ਮੇਰਾ ਜੀਵਨ ਸਫਲ ਹੋ ਗਿਆ। ਹੁਣ ਮਹਿਤਾ ਕਲਿਆਣ ਦਾਸ ਦੇ ਤਾਈਂ ਹੁਣ ਰਾਏ ਬੁਲਾਰ ਜੀ ਇਹ ਬੇਨਤੀਆਂ ਕਰ ਰਹੇ ਹੈ। ਸੁਨ ਬੁਲਾਰ ਕੀ ਅਸ ਬਿਦ ਬਾਣੀ, ਸ਼ਰਦਾ ਪ੍ਰੇਮ ਵਿਖੇ ਲਪਟਾਨੀ। ਹਾਂ, ਹੁਣ ਮਹਿਤਾ ਕਲਿਆਣ ਦਾਸ ਜੀ ਨੇ ਜਦੋਂ ਬੜੇ ਪ੍ਰੇਮ ਤੇ ਪਿਆਰ ਸਹਿਤ ਇਹ ਸ਼ਰਧਾ ਭਰਪੂਰ ਬਚਨ ਸੁਣਨਾ ਕੀਤੇ ਹੈ। ਬੋਲਿਓ ਹਾਥ ਜੋਰ ਤਬ ਕਾਲੂ, ਜਾ ਕੋ ਮਾਇਆ ਮੋਹ ਵਿਸਾਲੂ। ਆ ਤੇ ਹੱਥ ਹੁਣ ਆਪਣੇ ਜੋੜ ਕੇ ਨਾ ਬੋਲਿਓ
ਹਾਥ ਜੋਰ ਤਬ ਕਾਲੂ। ਸਤਿਗੁਰਾਂ ਦੇ ਪਿਤਾ ਮਹਿਤਾ ਕਲਿਆਣ ਦਾਸ ਜੀ ਨੇ ਬੇਨਤੀ ਕੀਤੀ, ਜਾ ਕੋ ਮਾਇਆ ਮੋਹ ਵਿਸਾਲੂ, ਜਿਨ੍ਹਾਂ ਦੇ ਚਿੱਤ ਵਿੱਚ ਬਹੁਤ ਮਾਇਆ ਦਾ ਮੋਹ ਹੈ, ਬਹੁਤ ਮਾਇਆ ਦਾ ਜਿਨ੍ਹਾਂ ਨੂੰ ਪਿਆਰ ਹੈ, ਉਹਨਾਂ ਆਪਣੇ ਵੱਲੋਂ ਕੀ ਕਿਹਾ। ਤੁਝ ਕਰੁਣਾ ਕਰ ਮੁਝ ਕਰ ਸਰਬਾ, ਅਹੰ ਪਦਾਰਥ ਦੈ ਬਹੁ ਦਰਬਾ। ਕਹਿਣ ਲੱਗਾ ਜੀ ਤੁਹਾਡੀ ਕਿਰਪਾ ਨਾਲ ਮੇਰੇ ਘਰ ਬਹੁਤ ਕੁਝ। ਹੁਣ ਮਹਿਤਾ ਕਲਿਆਣ ਦਾਸ ਕਹਿਣ ਲੱਗਾ ਵੀ ਤੁਹਾਡੀ ਕਿਰਪਾ ਨਾਲ ਮੇਰੇ ਘਰ ਬਹੁਤ ਕੁਝ ਹੈ, ਪਰ ਰਾਏ ਬਲਾਰ ਕਹਿੰਦੇ ਵੀ ਤੁਹਾਡੇ ਪੁੱਤਰ ਦੀ ਕਿਰਪਾ ਕਰਕੇ ਮੇਰਾ ਨਗਰ ਵਸ ਰਿਹਾ। ਇਸੇ ਨੂੰ ਕਿਹਾ ਮਾਇਆ ਦਾ ਮੋਹ। ਸਤਿਗੁਰਾਂ ਨੇ ਬਾਣੀ ਵਿੱਚ, ਜਿਹਨੂੰ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ, ਮਾਇਆ ਮੋਹ ਮਨ ਆਗ ਲੜਾ ਪ੍ਰਾਣ। ਹੁਣ ਇਹ ਹੈ ਮਾਇਆ ਦਾ ਮੋਹ। ਕਹਿਣ ਲੱਗੇ ਤੁਹਾਡੀ ਕਿਰਪਾ ਨਾਲ ਮੇਰੇ ਘਰ ਬਹੁਤ ਕੁਝ ਹੈ, ਪਰ ਰਾਏ ਬਲਾਰ ਜਿਹਨੂੰ ਮਾਇਆ ਤੁੱਛ ਜਾਪਦੀ ਹੈ, ਉਹ ਕਹਿ ਰਿਹਾ ਵੀ ਲੈ ਜਾਣਾ ਕਰੋ, ਤੁਹਾਡੇ ਪੁੱਤਰ ਦੀ ਬਖਸ਼ਿਸ਼ ਹੀ ਹੈ ਸਾਰੀ ਗੁਰੂ ਧੰਨ ਗੁਰੂ ਨਾਨਕ ਦੀ ਕਿਰਪਾ ਹੀ ਹੈ। ਪਰ ਉਹਨਾਂ ਦੇ ਪਿਤਾ ਜੀ ਕਹਿੰਦੇ ਕਿ ਤੁਹਾਡੀ ਕਿਰਪਾ ਨਾਲ ਘਰ ਬੜਾ ਸੁਖ ਆਰਾਮ ਦਾ ਸਾਜੋ ਸਮਾਨ ਹੈ। ਕਿਸੂ ਵਸਤ ਕੀ ਕਮੀ ਨ ਮੇਰੇ, ਅਧਿਕ ਧਾਮ ਧਨ ਮਾਲ ਕਨੇਰੇ। ਹਾਂ, ਮੇਰੇ ਘਰ ਹੁਣ ਕੋਈ ਕਮੀ ਨਹੀਂ, ਬਹੁਤ ਧਨ ਦੇ ਹੁਣ ਘਰ ਵਿੱਚ ਭੰਡਾਰ ਭਰੇ ਹੋਏ ਹੈ। ਤਦ ਪਵਦਤ ਮੁਝ ਨਿਤ ਚਿਤ ਚਿੰਤਾ, ਨਿਸ ਦਿਨ ਬੀਤੈ ਘਟੀ ਗੁਨੰਤਾ। ਹਾਂ, ਫੇਰ ਵੀ ਕਹਿਣ ਲੱਗਾ ਵੀ ਮੇਰੇ ਚਿੱਤ ਵਿੱਚ ਨਾ ਕਹਿੰਦੇ ਵੀ ਜਿਹੜੀ ਚਿੰਤਾ ਨਾ ਵੱਧਦੀ ਜਾ ਰਹੀ ਹੈ, ਵੀ ਗਿਣਤੀਆਂ ਗਿਣਦੇ ਦਿਨ ਰਾਤ ਵੀ ਬਤੀਤ ਹੋ ਰਹੀ ਹੈ ਤੇ ਹੈ ਵੀ ਬਹੁਤ ਕੁਝ, ਪਰ ਕਹਿਣ ਲੱਗੇ ਵੀ ਜਿਹੜੀ ਚਿੱਤ ਦੀ ਚਿੰਤਾ ਨਾ ਉਹਦਾ ਨਿਵਾਰਨ ਨਹੀਂ ਹੋ ਰਿਹਾ। ਇਸੇ ਨੂੰ ਬਾਣੀ ਵਿੱਚ ਚਿੰਤਤ ਹੀ ਦੀਸੈ ਸਭ ਕੁ। ਹੁਣ ਮੰਨ ਗਏ ਤੇ ਪਿਤਾ ਕਲਿਆਣ ਦਾਸ ਵੀ ਘਰ ਵਿੱਚ ਹੈ ਬਹੁਤ ਕੁਝ, ਪਰ ਕਹਿੰਦੇ ਫਿਰ ਵੀ ਸੰਸਾਰ ਰਹਿੰਦਾ ਤੇ ਮਾਇਆ ਦਾ ਹੀ ਬੰਦਿਆਂ ਨੂੰ ਸੰਸਾਰ ਰਹਿੰਦਾ ਵੀ ਕਿਤੇ ਮਾਇਆ ਚਲੀ ਨਾ ਜਾਵੇ। ਪਰ ਜਿਹੜੇ ਮਾਇਆ ਤੋਂ ਬੇਪਰਵਾਹ ਹੋ ਜਾਂਦੇ ਆ, ਹੁਣ ਉਹਨਾਂ ਨੂੰ ਫਿਰ ਕੋਈ ਭੁੱਖ ਨਹੀਂ ਰਹਿੰਦੀ, ਉਹਨਾਂ ਦੇ ਤਾਂ ਹੀ ਫਿਰ ਮਾਇਆ ਤੁੱਛ ਭਾਸਦੀ ਹੈ। ਤੁਮ ਨਾਨਕ ਕੀ ਕਰਤ ਵਡਾਈ, ਮੈਂ ਨ ਲਖੀ ਤੈ ਮਤ ਕਹਿ ਥਾਈ। ਕਹਿਣ ਲੱਗਾ ਵੀ ਤੁਸੀਂ ਬਹੁਤ ਨਾਨਕ ਦੀ ਵਡਿਆਈ ਕਰਦੇ ਹੋ, ਪਰ ਮੈਂ ਤਾਂ ਉਸ ਦੀ ਇਹ ਜੀ ਬੁੱਧੀ ਕਿਤੇ ਵੀ ਨਹੀਂ ਵੇਖੀ ਵੀ ਤੁਹਾਨੂੰ ਪਤਾ ਨਹੀਂ ਮੇਰੇ ਪੁੱਤਰ ਵਿੱਚ ਕੀ ਨਜ਼ਰ ਆਉਂਦਾ, ਤੇ ਮੈਨੂੰ ਕਹਿੰਦੇ ਕੁਝ ਇਹੋ ਜਿਹਾ ਆਪਣੇ ਪੁੱਤਰ ਵਿੱਚ ਨਜ਼ਰ ਹੀ ਨਹੀਂ ਕੁਝ ਆਉਂਦਾ। ਕਿਉਂਕਿ ਹੁਣ ਉਹਨਾਂ ਕੋਲੇ ਅੱਖ ਨਹੀਂ ਸੀ ਨਾ, ਸ਼ਰਧਾ ਨਹੀਂ ਸੀ, ਕੋਈ ਭੈ ਭਾਵਨੀ ਨਹੀਂ ਸੀ। ਹੁਣ ਮੈਂ ਤਾਂ ਕਲਿਆਣ ਦਾਸ ਦੇ ਇਕੱਲਾ ਪੁੱਤਰ ਹੀ ਸਮਝਦੇ ਸੀ ਵੀ ਨਾਨਕ ਜੀ ਮੇਰੇ ਪੁੱਤਰ ਹੈ, ਪਰ ਰਾਏ ਬਲਾਰ ਨੂੰ ਸਮਝ ਸੀ, ਸਾਰ ਸੀ। ਹੁਣ ਇਸੇ ਤਰ੍ਹਾਂ ਹੁਣ ਉਹਨਾਂ ਨੇ ਆਪਣੇ ਚਿੱਤ ਦਾ ਜਿਹੜਾ ਸੀ ਨਾ ਵਿਚਾਰ ਉਹ ਵੀ ਪ੍ਰਗਟਾ ਦਿੱਤਾ, ਤੇ ਪਰ ਕਹਿਣ ਲੱਗੇ ਵੀ ਮੈਨੂੰ ਮੇਰੇ ਪੁੱਤਰ ਵਿੱਚ ਐਸਾ ਕੁਝ ਨਜ਼ਰ ਨਹੀਂ ਆਉਂਦਾ। ਜੈ ਕ੍ਰਿਤ ਕੇ ਤਤ ਪਰ ਥਿਰ ਕੀਨਾ, ਕੋ ਨ ਸਵਾਰੀ ਕੀਨੀ ਹੀਨਾ। ਆ ਕਹਿਣ ਲੱਗੇ ਵੀ ਮੈਂ ਤਾਂ ਮੇਰੇ ਪੁੱਤਰ ਨੂੰ ਜਿਹੜੇ ਵੀ ਕਿਸੇ ਕੰਮ ਤੇ ਲਾਇਆ ਹੈ ਨਾ, ਕਹਿਣ ਲੱਗੇ ਵੀ ਉਹ ਕੋਈ ਕੰਮ ਨਹੀਂ ਉਹਨੇ ਚੱਜ ਨਾਲ ਕੀਤਾ, ਵੀ ਕਿਸੇ ਕੰਮ ਦੇ ਵਿੱਚ ਹੀ ਉਹਨੇ ਰੁਚੀ ਨਹੀਂ ਪ੍ਰਗਟਾਉਣਾ ਕੀਤੀ। ਪੂਰਬ ਬਹੁ ਕਰ ਵਸਤੂ ਗਵਾਈ, ਅਬ ਕਿਦਾਰ ਪਸ਼ੂ ਦੀਨ ਚਰਾਈ। ਆ ਪਹਿਲਾਂ ਘਰ ਦੇ ਭਾਂਡੇ ਕੀ ਤੇ ਹੋਰ ਸਾਜੋ ਸਮਾਨ ਗਵਾਉਂਦਾ ਰਿਹਾ ਬਚਪਨ ਵਿੱਚ, ਜੇ ਹੁਣ ਥੋੜਾ ਵੱਡਾ ਹੋਇਆ, ਹੁਣ ਫਸਲ ਬੀਜੀ ਤੇ ਸਾਰਾ ਖੇਤ ਹੀ ਹੁਣ ਡੰਗਰਾਂ ਨੂੰ ਚਰਾ ਦਿੱਤਾ। ਜਨਮੇ ਤੇ ਜਬ ਸੁਰਤ ਸੰਭਾਰੀ, ਤਨਕ ਨ ਤਨ ਕੀ ਕ੍ਰਿਤ ਸਵਾਰੀ। ਹਾਂ, ਜਦੋਂ ਦੀ ਹੁਣ ਸੁਰਤ ਸੰਭਾਲੀ ਹੈ ਨਾ, ਤਨਕ ਕਹਿੰਦੇ ਥੋੜਾ ਜਾ ਵੀ ਕਹਿੰਦੇ ਧਨ ਨਹੀਂ ਉਹਨੇ ਹੁਣ ਸਵਾਰਨਾ ਕੀਤਾ। ਭਾਵ ਕੋਈ 4 ਪੈਸੇ ਨਹੀਂ ਕਮਾਉਣਾ ਕੀਤੇ ਉਹਨੇ, ਤੇ ਮੇਰੇ ਕਮਾਏ ਹੋਏ ਵੀ ਹੁਣ ਆਪਣੇ ਵੱਲੋਂ ਪੈਸੇ ਖਰਾਬ ਕੀਤੇ ਹੈ, ਤੇ ਕੋਈ ਐਸਾ ਕਰਮ ਨਹੀਂ ਕੀਤਾ ਵੀ ਜਿਹਦੇ ਨਾਲ ਮੇਰੇ ਚਿੱਤ ਦਾ ਹੁਣ ਸੰਸਾ ਦੂਰ ਹੋਵੇ। ਮਨ ਉਨਮਤ ਨ ਕਰਤ ਸਨੇਹੋ, ਵਹਿਰ ਨਗਰ ਬੈਸੈ ਤਜ ਗਏਹੋ। ਹਾਂ, ਤੇ ਇਸ ਕਰਕੇ ਹੁਣ ਉਹਦੇ ਨਾਲ ਮੇਰਾ ਬਹੁਤਾ ਕੋਈ ਪਿਆਰ ਨਹੀਂ ਬਣਦਾ, ਤੇ ਉਹ ਹੁਣ ਆਪਣੇ ਮਨ ਦੇ ਖਿਆਲਾਂ ਵਿੱਚ ਹੀ ਮਸਤ ਰਹਿੰਦਾ, ਤੇ ਉਹ ਹੁਣ ਘਰ ਛੱਡ ਕੇ ਨਗਰ ਤੋਂ ਬਾਹਰ ਬੈਠ ਰਿਹਾ ਕਈ ਰੋਜ਼ ਤੋਂ ਹੈ। ਕਹਿ ਬੁਲਾਰ ਤੋ ਮਤ ਅਨਜਾਨੀ, ਤੇ ਕੀ ਰੀਤ ਨ ਸਗਤ ਪਛਾਨੀ। ਅੱਗੋਂ ਰਾਏ ਬਲਾਰ ਜੀ ਕਹਿਣ ਲੱਗੇ ਕਲਿਆਣ ਦਾਸ ਜੀ ਤੁਹਾਡੀ ਮਤ ਅਣਜਾਣੀ ਹੈ, ਤੇ ਤਹਿ ਕੀ ਰੀਤ ਨਾ ਸਕਿਆ ਪਛਾਣੀ। ਤੁਸੀਂ ਉਹਨਾਂ ਦੀ ਜਿਹੜੀ ਰੀਤ ਹੈ ਨਾ, ਜਿਹੜੀ ਉਹਨਾਂ ਦੀ ਚਾਲ ਹੈ ਨਾ, ਉਹਨੂੰ ਅਜੇ ਸਮਝ ਨਹੀਂ ਸਕਦੇ। ਧਨ ਕ੍ਰਿਸ਼ਨ ਮੈਂ ਮਤਲਬ ਡਾਨੀ, ਗੁਣਨ ਗੂੜ ਕਿਉਂ ਸਕੇ ਪਛਾਨੀ। ਹਾਂ, ਤੇ ਤੁਹਾਡਾ ਜਿਹੜਾ ਮਨ ਹੈ ਨਾ, ਉਹ ਧਨ ਦੀ ਤ੍ਰਿਸ਼ਨਾ ਵਿੱਚ ਲਿਪਟਿਆ ਹੋਇਆ ਹੈ,
ਤੇ ਗੁਣਨ ਗੂੜ ਕਿਉਂ ਸਕੈ ਪਛਾਨੀ। ਤੇ ਜਿਹੜੇ ਹੁਣ ਗੁੱਝੇ ਗੁਣਾਂ ਦੀ ਖਾਣ ਹੈ ਉਹਨਾਂ ਨੂੰ ਤੁਸੀਂ ਕਿਵੇਂ ਪਛਾਣ ਸਕਦੇ ਹੋ? ਆਵੋ ਪਛਾਣਨ ਵਾਲੀ ਜਿਹੜੀ ਸੂਖਮ ਦ੍ਰਿਸ਼ਟੀ ਹੈ ਨਾ, ਉਹ ਤੁਹਾਡੇ ਕੋਲੇ ਨੇਤਰ ਨਹੀਂ, ਜਿਹਦੇ ਨਾਲ ਤੁਹਾਨੂੰ ਹੁਣ ਉਹਨਾਂ ਦੇ ਇਹ ਗੁਣਵਾਨ ਤੇ ਪਰਉਪਕਾਰੀ ਸੁਭਾਅ ਦਾ ਬੋਧ ਹੋ ਸਕੇ। ਕਹਿਨ ਸੁਨਨ ਕਰ ਅਸ ਬਿਦ ਕਾਲੋ, ਚਲ ਆਲਿਆ ਆਇਓ ਤਤਕਾਲੋ। ਹੁਣ ਇਹੋ ਜਿਹੇ ਬਚਨ ਵਿਚਾਰ ਹੁਣ ਮਹਿਤਾ ਕਲਿਆਣ ਦਾਸ ਜੀ ਰਾਏ ਬੁਲਾਰ ਨਾਲ ਕਰਦੇ ਹੋਏ ਚੱਲ ਆਲਿਆ, ਹੁਣ ਆਪਣੇ ਆਲਿਆ ਕਹਿੰਦੇ ਘਰ ਨੂੰ ਚੱਲ ਆਏ ਤਤਕਾਲੂ, ਉਸੇ ਸਮੇਂ। ਹੁਣ ਗਏ ਤਾਂ ਸ਼ਿਕਾਇਤ ਲਾਉਣ ਸੀ, ਕੋਈ ਗੱਲਬਾਤ ਮੇਰੇ ਪੁੱਤਰ ਨੂੰ ਸਮਝਾਉਣਗੇ ਵੀ ਕੋਈ ਮਲਮ ਪੱਟੀ ਦਾ ਹੁਣ ਕੰਮ ਕਰਨਗੇ, ਪਰ ਉਹਨਾਂ ਹੋਰ ਅੱਗੋਂ ਜਾ ਕੇ ਉਹਨਾਂ ਦੀ ਉਸਤਤ ਕਰ ਦਿੱਤੀ ਸਤਿਗੁਰਾਂ ਦੀ। ਤੇ ਹੁਣ ਮਹਿਤਾ ਕਲਿਆਣ ਦਾਸ ਜੀ ਨਿਰੁੱਤਰ ਹੋ ਕੇ ਉੱਤਰ ਦੇ ਭਾਵੇਂ ਦੇ ਦਿੱਤਾ ਰਾਏ ਬੁਲਾਰ ਨੇ, ਪਰ ਅਜੇ ਉੱਤਰ ਦੀ ਸਾਰ ਕੋਈ ਨਹੀਂ, ਤੇ ਆਪਣੇ ਘਰ ਆ ਗਏ ਹੈ। ਕਰਨ ਲਗਿਓ ਕਾਰਜ ਨਿਜ ਜੋ, ਸੁਤ ਗੁਣ ਪਰਖਨ ਕਰਤ ਨ ਕੋ। ਤੇ ਹੁਣ ਉਹੀ ਆਪਣਾ ਰੋਜ਼ ਵਾਲਾ ਜਿਹੜਾ ਕੰਮ ਕਾਜ ਆ ਉਹ ਕਰਨ ਵਿੱਚ ਲੱਗਿਆ। ਸੁਤ ਗੁਣ ਪਰਖਣ ਕਰਤ ਨਾ ਕਹੋ। ਹੁਣ ਸੁਤ ਕਹੀਦੇ ਪੁੱਤਰ ਨੂੰ, ਗੁਣ ਕਹੀਏ ਵਡਿਆਈ ਨੂੰ। ਹੁਣ ਜਿਹੜੇ ਆਪਣੇ ਪੁੱਤਰ ਦੇ ਗੁਣ ਹੈ ਰੱਬੀ ਗੁਣ, ਹੁਣ ਉਹਨਾਂ ਨੂੰ ਪਰਖਣ ਦਾ, ਉਹਨਾਂ ਨੂੰ ਸਮਝਣ ਦਾ, ਉਹਨਾਂ ਨੂੰ ਜਾਣਨ ਦਾ ਹੁਣ ਕੋਈ ਕਰਮ ਮਹਿਤਾ ਕਲਿਆਣ ਦਾਸ ਜੀ ਨਹੀਂ ਕਰ ਰਹੇ। ਬਸ ਆਪਣੇ ਕਰਮ ਕਾਜ ਵਿੱਚ ਹੀ ਉਹ ਪਹਿਲਾਂ ਦੀ ਨਿਆਈ ਰੁੱਝੇ ਹੋਏ ਹੈ। ਦੋਹਰਾ ਸ੍ਰੀ ਸਤਿਗੁਰ ਕਰਤਾ ਪੁਰਖ, ਅਸ ਬਿਦ ਕਰਤ ਬਿਲਾਸ, ਭਜ ਸੰਤੋਖ ਸਿੰਘ ਨਾਮ ਤਹਿ, ਤਜੋ ਆਨ ਕੀ ਆਸ। ਅਖੀਰ ਵਿੱਚ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਇੱਥੇ ਇਸ ਪ੍ਰਸੰਗ ਦੀ ਸਮਾਪਤੀ ਕਰਦੇ ਐਸੇ ਦੀਨ ਦਿਆਲੂ, ਐਸੇ ਕਿਰਪਾਲੂ ਸਤਿਗੁਰਾਂ ਦੇ ਚਰਨਾਂ 'ਤੇ ਨਮਸਕਾਰ ਕਰਦੇ ਆ। ਸ਼੍ਰੀ ਸਤਿਗੁਰ ਕਰਤਾ ਪੁਰਖ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਆਪ ਸ੍ਰੇਸ਼ਟ ਸਤਿਗੁਰੂ ਹੈ, ਜਿਹੜੇ ਕਰਤਾ ਪੁਰਖ ਨੇ। ਤੇ ਕਹਿਣ ਲੱਗੇ ਇਹੋ ਜਿਹੇ ਜਿਨ੍ਹਾਂ ਦੇ ਹੁਣ ਮਹਿਮਾ ਭਰੇ ਬਿਲਾਸ ਹੈ, ਕੌਤਕ ਹੈ, ਕਹਿੰਦੇ ਭਜ ਸੰਤੋਖ ਸਿੰਘ। ਇਹ ਸੰਤੋਖ ਸਿੰਘ ਆ, ਐਸੇ ਸਤਿਗੁਰਾਂ ਦਾ ਜਿਹੜਾ ਨਾਮ ਹੈ ਉਹਨੂੰ ਭਜਨਾ ਕਰ। ਭਜ ਸੰਤੋਖ ਸਿੰਘ ਨਾਮ ਤੇ, ਤਿੰਨਾਂ ਦਾ ਨਾਮ ਤੂੰ ਜਪਣਾ ਕਰ। ਤਜੋ ਆਨ ਕੀ ਆਸ, ਤੇ ਹੋਰ ਦੂਜਿਆਂ ਦੀ ਆਸ ਛੱਡ ਦੇਣਾ ਕਰੋ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਮਿਹਰ ਕਰਨ, ਸਾਨੂੰ ਵੀ ਆਪਣੇ ਚਰਨਾਂ ਦਾ ਅਗੰਮੀ ਬਿਸਮਾਦੀ ਬੋਧ ਪ੍ਰਦਾਨ ਕਰਨ, ਤਾਂ ਕਿ ਸਾਡੇ ਵੀ ਸਤਿਗੁਰਾਂ ਦੇ ਮਹਾਨ ਜਿਹੜੇ ਪਰਉਪਕਾਰ ਹੈ ਹਿਰਦੇ ਵਿੱਚ ਵਸ ਜਾਣ, ਧਸ ਜਾਣ, ਤੇ ਸਾਨੂੰ ਵੀ ਸਤਿਗੁਰਦੇਵ ਅੰਤਰਾਤਮਿਕ ਤੌਰ 'ਤੇ ਆਪਣੇ ਚਰਨਾਂ ਦਾ ਪਿਆਰ ਬਖਸ਼ੇ ਕਰਨ। ਫਿਰ ਇਹ ਪੜ੍ਹੇ ਸੁਣੇ ਸਾਡੇ ਪ੍ਰਸੰਗ ਸਤਸੰਗੀ ਜਨੋਂ ਸਫਲ ਹੈ। ਸੋ ਆਓ ਅਖੀਰ ਵਿੱਚ ਦੋਹਰੇ ਦੀਆਂ 2 ਪੰਗਤੀਆਂ ਪੜ੍ਹ ਗੁਰੂ ਫਤਿਹ ਦੀ ਸਾਂਝ ਪਾਉਂਦੇ ਹੋਏ ਇਸ ਪ੍ਰਸੰਗ ਦੀ ਸਮਾਪਤੀ ਕਰੀਏ ਜੀ। ਸ਼੍ਰੀ ਸਤਿਗੁਰ ਕਰਤਾ ਪੁਰਖ, ਅਸ ਬਿਦ ਕਰਤ ਬਿਲਾਸ, ਭਜ ਸੰਤੋਖ ਸਿੰਘ ਨਾਮ ਤੇ, ਤਜੋ ਆਨ ਕੀ ਆਸ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਦਾਸ। ਹੇ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਬੇਕ। ਹੇ ਅਪਰੰਪਰ ਹਰ ਹਰੇ ਹੈ ਪੀ